ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਇੰਟਰਨੈਟ ਸਾਡੇ ਦੌਰ ਦੀ ਬਹੁਤ ਵੱਡੀ ਪ੍ਰਾਪਤੀ ਹੈ। ਇਸ ਨੇ ਦੁਨੀਆ ਨੂੰ ਆਲਮੀ ਪਿੰਡ ਬਣਾਇਆ ਹੈ। ਇਸ ਰਾਹੀਂ ਭੌਤਿਕ ਦੂਰੀ ਬੇਮਾਇਨਾ ਹੋ ਗਈ ਹੈ। ਦੁਨੀਆ ਦੇ ਇੱਕ ਖੂੰਜੇ ਦੀ ਜਾਣਕਾਰੀ ਸਾਹ ਲੈਂਦਿਆਂ ਦੂਜੇ ਖੂੰਜੇ ਪਹੁੰਚ ਜਾਂਦੀ ਹੈ। ਇਸ ਨਾਲ ਸੰਵਾਦ, ਗਿਆਨ, ਵਿਗਿਆਨ ਅਤੇ ਕਲਾ ਦਾ ਘੇਰਾ ਮੋਕਲਾ ਹੋਇਆ ਹੈ। ਦੂਜੇ ਪਾਸੇ ਜਾਣਕਾਰੀ ਦਾ ਅਨੰਤ ਪ੍ਰਵਾਹ ਅਫਵਾਹਾਂ ਤੋਂ ਲੈ ਕੇ ਹਰ ਤਰ੍ਹਾਂ ਦੀ ਭਟਕਣ ਦਾ ਸਬੱਬ ਬਣਿਆ ਹੈ। ਇਸ ਰਾਹੀਂ ਜੇ ਕਿਸੇ ਦੀ ਮਸ਼ਹੂਰੀ ਦਿਨਾਂ ਵਿੱਚ ਹੀ ਪੂਰੀ ਦੁਨੀਆ ਵਿੱਚ ਹੋਈ ਤਾਂ ਕੁਝ ਦੀ ਬਦਨਾਮੀ ਵੀ ਇਸੇ ਤਰਜ਼ ਉੱਤੇ ਹੋਈ ਹੈ। ਸੋਸ਼ਲ ਮੀਡੀਆ ਤੋਂ ਸਰਕਾਰਾਂ ਪਰੇਸ਼ਾਨ ਹੋਈਆਂ ਨੇ। ਕੁਝ ਵੱਡੀਆਂ ਮੁਹਿੰਮਾਂ ਵਿੱਚ ਸੋਸ਼ਲ ਮੀਡੀਆ ਦੀ ਭੂਮਿਕਾ ਲਗਾਤਾਰ ਵਡਿਆਈ ਜਾ ਰਹੀ ਹੈ। ਇਸੇ ਦੌਰਾਨ ਸਾਡਾ ਵਾਹ ਸਾਈਬਰ ਕ੍ਰਾਈਮ ਨਾਲ ਵੀ ਪਿਆ ਹੈ। ਜਦੋਂ ਸਰਕਾਰਾਂ ਸੋਸ਼ਲ ਮੀਡੀਆ ਲਈ ਕਿਸੇ ਜ਼ਾਬਤੇ ਦੀ ਗੱਲ ਕਰਦੀਆਂ ਨੇ ਤਾਂ ਇਸ ਦੇ ਕੀ ਮਾਇਨੇ ਨੇ? ਇੰਟਰਨੈਟ ਤੋਂ ਬਿਨਾਂ ਮੌਜੂਦਾ ਦੁਨੀਆ ਦੀ ਕਲਪਨਾ ਕਰਨਾ ਮੁਸ਼ਕਲ ਹੈ। ਭਾਰਤ ਦੀ 125 ਕਰੋੜ ਦੀ ਆਬਾਦੀ ਚੋਂ ਮਹਿਜ਼ 12.5 ਕਰੋੜ ਇੰਟਰਨੈਟ ਨਾਲ ਜੁੜੀ ਹੋਈ ਹੈ। ਇਹਨਾਂ 12.5 ਕਰੋੜ ਵਿੱਚੋਂ 9 ਕਰੋੜ ਸ਼ਹਿਰਾਂ ਅਤੇ ਬਾਕੀ ਪਿੰਡਾਂ ਜਾਂ ਕਸਬਿਆਂ ਵਿੱਚ ਰਹਿੰਦੇ ਨੇ। ਉਮਰ ਦੇ ਹਿਸਾਬ ਨਾਲ ਇਹਨਾਂ 12 ਕਰੋੜ ਵਿੱਚੋਂ 48% ਦੀ ਉਮਰ 18 ਤੋਂ 24 ਸਾਲ ਹੈ, ਜਦਕਿ 54 ਸਾਲ ਦੀ ਉਮਰ ਤੋਂ ਵਧੇਰੇ ਸਿਰਫ 6% ਦੀ ਹੈ। ਪਰ ਦੂਜਾ ਪੱਖ ਇਹ ਹੈ ਕਿ ਇਹੋ ਆਬਾਦੀ ਵੱਡੇ ਪੱਧਰ ਤੇ ਅਸਰਅੰਦਾਜ਼ ਹੋ ਰਹੀ ਹੈ। ਇੰਟਰਨੈਟ ਨੂੰ ਅਜਿਹਾ ਸੰਸਾਰ ਮੰਨਿਆ ਜਾਂਦਾ ਹੈ ਜਿਸ ਦੀ ਭੌਤਿਕ ਹੋਂਦ ਤਾਂ ਨਹੀਂ ਹੈ, ਪਰ ਇਹ ਭੌਤਿਕਤਾ ਦੇ ਹਰ ਪੱਖ ਨਾਲ ਜੁੜਿਆ ਹੋਇਆ ਹੈ। ਇਸ ਨੂੰ ਸਾਈਬਰ ਸਪੇਸ ਕਿਹਾ ਜਾਂਦਾ ਹੈ। ਸਾਈਬਰ ਸਪੇਸ ਸਿਰਫ ਇੱਕ ਸਹੂਲਤ ਦਾ ਨਾਂ ਨਹੀਂ ਹੈ, ਸਗੋਂ ਇਸ ਦੀ ਆਪਣੀ ਪੇਚੀਦਗੀ ਹੈ ਤੇ ਮੁਸ਼ਕਲਾਂ ਨੇ। ਸੋਸ਼ਲ ਮੀਡੀਆ ਦੇ ਉਭਾਰ ਨਾਲ ਜਾਣਕਾਰੀ ਤੋਂ ਵਿਚਾਰਾਂ ਦਾ ਲੈਣ ਦੇਣ ਰਵਾਇਤੀ ਗਲਬਿਆਂ ਤੋਂ ਮੁਕਤ ਹੋ ਗਿਆ ਹੈ। ਇਸ ਉੱਤੇ ਕਿਸੇ ਸਮੇਂ ਸਥਾਨ, ਕਾਨੂੰਨ ਜਾਂ ਅਦਾਰੇ ਦਾ ਜ਼ਾਬਤਾ ਲਾਗੂ ਨਹੀਂ ਹੁੰਦਾ। ਉਸੇ ਤਰ੍ਹਾਂ ਇੰਟਰਨੈਟ ਦੀ ਵਰਤੋਂ ਕਰਨ ਵਾਲਿਆਂ ਦੀ ਕੋਈ ਜ਼ਿੰਮੇਵਾਰੀ ਵੀ ਤੈਅ ਨਹੀਂ ਹੁੰਦੀ। ਇਸ ਦੀ ਜਵਾਬਦੇਹੀ ਅਤੇ ਜਵਾਬ ਤਲਬੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਮੌਜੂਦਾ ਹਾਲਾਤ ਵਿੱਚ ਵੱਖ-ਵੱਖ ਸਮੇਂ ਤੇ ਵੱਖ-ਵੱਖ ਪੈਂਤੜੇ ਤੋਂ ਇਹ ਸਵਾਲ ਉੱਠ ਰਹੇ ਨੇ ਕਿ ਸਾਈਬਰ ਸਪੇਸ ਦਾ ਕੋਈ ਕਾਇਦਾ ਕਾਨੂੰਨ ਤੈਅ ਹੋਣਾ ਚਾਹੀਦਾ ਹੈ। ਇਹਨਾਂ ਧਿਰਾਂ ਵਿੱਚ ਸਰਕਾਰਾਂ, ਸਿਆਸੀ ਧਾਰਮਿਕ ਅਦਾਰੇ, ਖੁਫੀਆ ਏਜੰਸੀਆਂ ਅਤੇ ਮਨੁੱਖੀ ਆਜ਼ਾਦੀਆਂ ਦੇ ਅਲੰਬਰਦਾਰ ਸ਼ਾਮਲ ਰਹੇ ਨੇ। ਇੱਕ ਪੱਖ ਤਾਂ ਸਰਕਾਰ ਦੀ ਦਲੀਲ ਨਾਲ ਜੁੜਦਾ ਹੈ, ਜਿਸ ਦੇ ਘੇਰੇ ਵਿੱਚ ਸੁਰੱਖਿਆ, ਅਪਰਾਧ ਅਤੇ ਗੈਰ ਕਾਨੂੰਨੀ ਸਰਗਰਮੀਆਂ ਨਾਲ ਜੁੜਦਾ ਹੈ। ਦੂਜਾ ਪੱਖ ਇਹ ਹੈ ਕਿ ਆਜ਼ਾਦੀ ਦੇ ਨਾਂ ਤੇ ਗਾਲੀ ਗਲੋਚ ਵਾਲੀ ਬੋਲੀ ਵੀ ਇੰਟਰਨੈਟ ਦਾ ਹਿੱਸਾ ਰਹੀ ਹੈ। ਸੋਸ਼ਲ ਮੀਡੀਆ ਦੀ ਵਰਤੋਂ ਅਤੇ ਵਕਾਲਤ ਕਰਨ ਵਾਲੇ ਕਈ ਲੋਕ ਇਸ ਦੇ ਗਾਲੀ ਗਲੋਚ ਵਾਲੇ ਵਤੀਰੇ ਤੋਂ ਔਖ ਮਹਿਸੂਸ ਕਰਦੇ ਵੀ ਦੇਖੇ ਗਏ ਨੇ। ਛੋਟੇ ਜਿਹੇ ਸਵਾਲ ਅਤੇ ਟਿੱਪਣੀਆਂ ਸਰਕਾਰਾਂ ਅਤੇ ਸਿਆਸਤਦਾਨਾਂ ਤੋਂ ਲੈ ਕੇ ਪੁਲਿਸ ਕਾਰਵਾਈ ਦਾ ਕਾਰਨ ਬਣੇ ਨੇ। ਇਸ ਦੀਆਂ ਮਿਸਾਲਾਂ ਮਹਾਰਾਸ਼ਟਰ ਤੋਂ ਪੱਛਮੀ ਬੰਗਾਲ ਤੱਕ ਵਿਖਰੀਆਂ ਪਈਆਂ ਨੇ। ਜੇ ਲੁਧਿਆਣਾ ਤੋਂ ਫੇਸਬੁੱਕ ਰਾਹੀਂ ਬੱਚਾ ਵੇਚਿਆ ਜਾ ਸਕਦਾ ਹੈ ਤਾਂ ਜੁਲੀਅਨ ਅਸਾਂਜ ਦੇ ਖੁਲਾਸੇ ਸਾਰੀਆਂ ਸਰਕਾਰਾਂ ਦੀ ਸਿਰਦਰਦੀ ਬਣਦੇ ਰਹੇ। ਇਹਨਾਂ ਹਾਲਾਤ ਵਿੱਚ ਸਾਈਬਰ ਸਪੇਸ ਲਈ ਕਾਇਦਾ ਕਾਨੂੰਨ ਵਿੱਚ ਬਣਨ ਦਾ ਉਪਰਾਲਾ ਕਿਵੇਂ ਸਮਝਿਆ ਜਾ ਸਕਦਾ ਹੈ? ਇਸ ਦਾ ਜਵਾਬ ਹਾਂ ਜਾਂ ਨਾ ਵਿੱਚ ਦੇਣਾ ਮੁਸ਼ਕਲ ਜਾਪਦਾ ਹੈ। ਮੌਜੂਦਾ ਦੌਰ ਵਿੱਚ ਇੰਟਰਨੈਟ ਬਾਰੇ ਕਿਹਾ ਜਾਂਦਾ ਹੈ ਕਿ ਫੇਸਬੁੱਕ ਆਪਣੇ ਆਪ ਵਿੱਚ ਇੱਕ ਮੁਲਕ ਹੈ। ਆਲਮੀ ਆਬਾਦੀ ਦੇ 8.5% ਤੱਕ ਪਹੁੰਚ ਕਰਕੇ ਹੀ ਇਸ ਨੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਕਰਾਰ ਦਿੱਤਾ ਹੈ। ਅਫਰੀਕਾ ਵਿੱਚ ਹੋਈਆਂ ਬਗਾਵਤਾਂ ਦਾ ਸਿਹਰਾ ਸੋਸ਼ਲ ਮੀਡੀਆ ਆਪਣੇ ਸਿਰ ਬੰਨ੍ਹਦਾ ਹੈ। ਦੂਜੇ ਦੇ ਘਰ ਦੀ ਬਗਾਵਤ ਇਨਕਲਾਬ ਜਾਪਦੀ ਹੈ ਤੇ ਆਪਣੇ ਘਰ ਦੀ ਬਾਗੀ ਸੁਰ ਦੇਸ਼ ਧਰੋਹ ਬਣ ਜਾਂਦੀ ਹੈ। ਹੁਣ ਸਾਈਬਰ ਸਪੇਸ ਨੂੰ ਰੱਦ ਕਰਨ ਜਾਂ ਬਰਦਾਨ ਸਾਬਤ ਕਰਨ ਦੇ ਕੋਈ ਮਾਇਨੇ ਨਹੀਂ। ਹੁਣ ਇਹ ਵੇਖਣਾ ਹੋਏਗਾ ਕਿ ਇੰਟਰਨੈਟ ਦੀ ਪੇਚੀਦਗੀ, ਸਰਕਾਰਾਂ ਦੀ ਔਖ ਅਤੇ ਬੋਲਣ ਦੀ ਆਜ਼ਾਦੀ ਦੀਆਂ ਧਾਰਨਾਵਾਂ ਵਿੱਚ ਕਿਸ ਤਰ੍ਹਾਂ ਦਾ ਸੰਵਾਦ ਹੋ ਸਕਦਾ ਹੈ। ਇਹਨਾਂ ਸਾਰੇ ਮਸਲਿਆਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹੇਮੰਤ ਗੋਸਵਾਮੀ, ਜੋ ਸਮਾਜਿਕ ਕਾਰਕੁਨ ਨੇ, ਜਗਦੀਪ ਬੈਂਸ, ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਦੇ ਨੇ, ਮੋਨਿਕਾ ਕੁਮਾਰ, ਜੋ ਚੰਡੀਗੜ੍ਹ ਸਰਕਾਰੀ ਕਾਲਜ ਵਿੱਚ ਅੰਗਰੇਜ਼ੀ ਸਾਹਿਤ ਪੜ੍ਹਾਉਂਦੀ ਹੈ ਤੇ ਸੋਸ਼ਲ ਮੀਡੀਆ ਵਿੱਚ ਸਰਗਰਮ ਹੈ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਹੇਮੰਤ ਜੀ, ਜਿਹੜਾ ਇਹ ਸਾਰਾ ਮੁੱਦਾ ਹੈ ਕਿ ਇੰਟਰਨੈਟ ਦੇ ਉੱਤੇ ਕਿਸੇ ਕਿਸਮ ਦਾ ਕਾਇਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਜਾਂ ਹੋਣਾ ਚਾਹੀਦਾ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਦੇਖੋ, ਮੇਰੇ ਹਿਸਾਬ ਨਾਲ ਮੈਨੂੰ ਤਾਂ ਲੱਗਦਾ ਹੈ ਕਿ ਜਿਹੜਾ ਸਾਡਾ ਫਰੀडम ਆਫ ਸਪੀਚ ਹੈ ਆਰਟੀਕਲ 19 ਇਹ ਸਭ ਤੋਂ ਸੁਪਰੀਮ ਹੈ ਤੇ ਇਹਦੇ ਤੇ ਕਿਸੇ ਵੀ ਤਰ੍ਹਾਂ ਦੀ ਅਨਨੈਸੈਸਰੀ ਡਿਲੂਸ਼ਨ ਜਾਂ ਅਨਨੈਸੈਸਰੀ ਬੰਦਿਸ਼ ਨਹੀਂ ਹੋਣੀ ਚਾਹੀਦੀ ਹੈ। ਇਹ ਜਿਹੜੇ ਸੋਸ਼ਲ ਮੀਡੀਆ ਦੇ ਚਰਚਾ ਜਿਹੜੀ ਚੱਲ ਰਹੀ ਹੈ, ਇਹ ਚਰਚਾ ਜਿਹੜੀ ਹੈ ਇਹ ਮੈਨੂੰ ਨਹੀਂ ਲੱਗਦਾ ਕਿ ਕਿਉਂ ਹੋ ਰਹੀ ਹੈ, ਕਿਉਂਕਿ ਦਿਸ ਇਜ਼ ਅਨਦਰ ਫਾਰਮ ਆਫ ਕਮਿਊਨੀਕੇਸ਼ਨ। ਮੈਸੇਜ ਦਾ ਇੱਕ ਹੋਰ ਫਾਰਮ ਹੈ। ਇਹ ਪ੍ਰਿੰਟ ਨਾ ਹੋ ਕੇ ਇਲੈਕਟ੍ਰੋਨਿਕ ਇੰਕ ਵਿੱਚ ਪ੍ਰਿੰਟਡ ਹੈ। ਜੇ ਤੁਸੀਂ ਇਹਦੇ ਰਿਸਟ੍ਰਿਕਸ਼ਨ ਦੀ ਗੱਲ ਕਰੋਗੇ ਤੇ ਫਿਰ ਕਿਤਾਬਾਂ ਤੇ ਵੀ ਰਿਸਟ੍ਰਿਕਸ਼ਨ ਦੀ ਗੱਲ ਕਰੋਗੇ, ਜਿਹੜੀ ਚਿੱਠੀਆਂ ਲਿਖਦੇ ਹੋ ਉਸ ਦੀ ਰਿਸਟ੍ਰਿਕਸ਼ਨ ਦੀ ਵੀ ਗੱਲ ਕਰੋਗੇ, ਈਮੇਲ ਦੀ ਰਿਸਟ੍ਰਿਕਸ਼ਨ ਦੀ ਵੀ ਗੱਲ ਕਰੋਗੇ, ਮੂਵੀਜ਼ ਦੀ ਰਿਸਟ੍ਰਿਕਸ਼ਨ ਦੀ ਗੱਲ ਕਰੋਗੇ, ਡਾਕੂਮੈਂਟਰੀ ਦੀ ਰਿਸਟ੍ਰਿਕਸ਼ਨ ਦੀ ਵੀ ਗੱਲ ਕਰੋਗੇ, ਇਹ ਨੈਵਰ ਐਂਡਿੰਗ ਹੈ ਤੇ ਇਹਦਾ ਜਿਹੜਾ ਨੁਕਸਾਨ ਹੈ ਜਨਤਾ ਨੂੰ ਹੋਏਗਾ। ਜਿਹੜਾ ਸਾਡਾ ਆਰਟੀਕਲ 19 ਹੈ ਉਹਦੇ ਵਿੱਚ ਰੀਜ਼ਨੇਬਲ ਰਿਸਟ੍ਰਿਕਸ਼ਨ ਦਾ ਪ੍ਰੋਵੀਜ਼ਨ ਹੈ, ਜਿਹੜਾ ਆਲਰੇਡੀ ਐਗਜ਼ਿਸਟ ਕਰਦਾ ਹੈ, ਜਿਹਦੇ ਕਰਕੇ ਸਾਡਾ ਸੈਂਸਰ ਬੋਰਡ ਚੱਲਦਾ ਹੈ। ਇੱਕ
ਤਰਫ ਤੇ ਤੁਸੀਂ ਸੈਂਸਰ ਬੋਰਡ ਦੀ ਖਿਲਾਫਤ ਕਰਦੇ ਹੋ, ਕਹਿੰਦੇ ਸੈਂਸਰ ਬੋਰਡ ਨਹੀਂ ਹੋਣਾ ਚਾਹੀਦਾ, ਤੁਹਾਨੂੰ ਟੋਟਲ ਫਰੀडम ਆਫ ਐਕਸਪ੍ਰੈਸ਼ਨ ਹੋਣਾ ਚਾਹੀਦਾ। ਦੂਜੀ ਤਰਫ ਜਿਹੜਾ ਆਮ ਵਿਅਕਤੀ ਹੈ ਜਿਹੜਾ ਆਪਣਾ ਵਿਚਾਰ ਪ੍ਰਗਟ ਕਰ ਰਿਹਾ, ਵਿਚਾਰ ਆਪਣੇ ਐਕਸਪ੍ਰੈਸ ਕਰ ਰਿਹਾ, ਤੁਸੀਂ ਉਹਨੂੰ ਕਹਿੰਦੇ ਹੋ ਕਿ ਉਹ ਨਹੀਂ ਕਰ ਸਕਦਾ, ਉਸ ਤੇ ਰਿਸਟ੍ਰਿਕਸ਼ਨ ਲੱਗਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਇਹ ਦਿਸ ਇਜ਼ ਸੈਲਫ ਕੰਟਰਾਡਿਕਟਰੀ ਇਨ ਇਟਸੈਲਫ। ਤੁਸੀਂ ਬੁੱਕਸ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਚਾਹੁੰਦੇ, ਨਿਊਜ਼ਪੇਪਰ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਚਾਹੁੰਦੇ, ਪਰ ਸੋਸ਼ਲ ਮੀਡੀਆ ਤੇ ਰਿਸਟ੍ਰਿਕਸ਼ਨ ਚਾਹੁੰਦੇ ਹੋ। ਹੁਣ ਸਾਨੂੰ ਇੱਕ ਚੀਜ਼ ਹੋਰ ਇਹਦੇ ਵਿੱਚ ਦੇਖਣੀ ਪਏਗੀ, ਦੋ ਚੀਜ਼ਾਂ ਆਉਂਦੀਆਂ, ਵੈਦਰ ਦਾ ਓਫੈਂਸ ਜਿਹੜਾ ਹੁਣ ਅਲੈਜ ਕਰ ਰਹੇ ਹਾਂ ਅਸੀਂ ਸੋਸ਼ਲ ਮੀਡੀਆ ਦੇ ਥਰੂ ਹੁੰਦਾ, ਇਹ ਓਫੈਂਸ ਜਿਹੜਾ ਹੈ ਇਹ ਇੱਕ ਵਿਅਕਤੀ ਵਿਸ਼ੇਸ਼ ਦੇ ਅਗੇਂਸਟ ਹੈ, ਕਿਸੇ ਨੂੰ ਡਿਫੇਮ ਕਰਨ ਦੀ ਕੋਸ਼ਿਸ਼ ਹੈ, ਜਾਂ ਅਗੇਂਸਟ ਦਾ ਸਟੇਟ ਹੈ। ਮੈਨੂੰ ਨਹੀਂ ਲੱਗਦਾ ਕਿ ਸੋਸ਼ਲ ਮੀਡੀਆ ਦੇ ਥਰੂ ਤੁਸੀਂ ਕੋਈ ਬੰਬ ਦਾ ਗੋਲਾ ਭੇਜ ਸਕਦੇ ਹੋ। ਐਟ ਦਾ ਮੋਸਟ ਯੂ ਕੈਨ ਰਾਈਟ ਦੈਟ ਦਿਸ ਇਜ਼ ਰੋਂਗ। ਇਹੀ ਹੋ ਰਿਹਾ ਅੱਜ ਦੀ ਡੇਟ ਵਿੱਚ, ਜਿਹਦੇ ਕਰਕੇ ਕਪਿਲ ਸਿੱਬਲ ਜੀ ਇੱਕਦਮ ਇੱਕ ਵਾਰ ਗਰਮ ਹੋ ਗਏ ਤੇ ਉਹਨਾਂ ਨੇ ਕਿਹਾ ਜੀ ਮੇਰਾ ਕਾਰਟੂਨ ਲੱਗਿਆ, ਫਲਾਂ ਦਾ ਕਾਰਟੂਨ ਲੱਗਿਆ। ਨਾਓ ਇਫ ਇਟ ਇਜ਼ ਐਨ ਆਫੈਂਸ ਅਗੇਂਸਟ ਅ ਪਰਸਨ, ਤੇ ਇੱਕ ਬੰਦਾ ਜਿਹੜਾ ਹੈ ਉਹਦੇ ਨਾਲ ਹਤਾਹਤ ਹੋਇਆ ਹੈ, ਉਹਨੂੰ ਕੋਈ ਦਿੱਕਤ ਹੋਈ ਹੈ, ਉਹਨੂੰ ਕੋਈ ਪ੍ਰੋਬਲਮ ਹੈ, ਤੇ he can go and file a libel। differentiation ਮੈਂ ਤਾਂ ਕਰਕੇ differentiation ਬੜੀ ਜ਼ਰੂਰੀ ਹੈ। if it's an offense against the state then police can register a case। if it's an offense against a person then that person can go and file a criminal complaint। ਉਹ ਇੱਕ ਬੰਦੇ ਦੀ ਰਿਸਪੌਂਸਿਬਿਲਿਟੀ ਹੈ ਆਪਣੇ ਨੂੰ ਡਿਫੈਂਡ ਕਰਨਾ, ਨਾ ਕਿ ਸਟੇਟ ਦੀ ਰਿਸਪੌਂਸਿਬਿਲਿਟੀ ਹੈ। ਜੀ ਜਿੱਥੇ ਤੱਕ ਤੁਸੀਂ ਇਹ ਗੱਲ ਕਹੀ ਹੈ ਕਿ ਵੀ ਜਿੱਥੇ ਤੱਕ ਸਟੇਟ ਦਾ ਮਸਲਾ ਹੈ ਵੀ ਤੁਸੀਂ ਇੰਟਰਨੈਟ ਰਾਹੀਂ ਬੰਬ ਨਹੀਂ ਭੇਜ ਸਕਦੇ। ਮੈਂ ਜਦੋਂ ਕਪਿਲ ਸਿੱਬਲ ਹੋਣੀ ਜ਼ਿਆਦਾ ਸਰਗਰਮ ਸੀ, ਉਸੇ ਵੇਲੇ ਦੀ ਇੱਕ ਤੁਹਾਨੂੰ ਮਿਸਾਲ ਦਿੰਦਾ ਕਿ ਯੂਰਪ ਦੇ ਵਿੱਚ ਡੇਵਿਡ ਕੈਮਰਨ ਪ੍ਰਧਾਨ ਮੰਤਰੀ ਨੇ ਇੰਗਲੈਂਡ ਦੇ, ਉਹਨਾਂ ਨੇ ਜਿਹੜੇ ਫੇਸਬੁੱਕ ਦੇ ਮੁਖੀ ਨੇ ਮਾਰਕ ਜ਼ੁਕਰਬਰਗ, ਉਹਨਾਂ ਨੂੰ ਬੁਲਾਇਆ, G8 ਦੀ ਮੀਟਿੰਗ ਦੇ ਵਿੱਚ ਸੱਦਿਆ, ਤੇ ਉਹਨਾਂ ਨਾਲ ਇਸ ਗੱਲ ਦੇ ਉੱਤੇ ਸਲਾਹ ਕੀਤੀ ਕਿ ਲੀਬੀਆ ਦੇ ਵਿੱਚ ਯੂਰਪ ਦੀ ਤਰਜ਼ ਉੱਤੇ ਆਜ਼ਾਦੀ ਤੇ ਅਮਨ ਕਿਵੇਂ ਆ ਸਕਦਾ, ਇਹਦੇ ਬਾਰੇ ਸਾਨੂੰ ਸਲਾਹ ਦਿਓ। ਇਹਦਾ ਮਤਲਬ ਫੇਸਬੁੱਕ ਦੀ ਕਿਤੇ ਇੰਪੋਰਟੈਂਸ ਹੈਗੀ, ਉਹ ਸਾਰੇ ਮੁੱਦਿਆਂ ਨੂੰ ਲਾਗੂ ਕਰਨ ਦੀ ਕੋਈ ਸਟ੍ਰੈਟੇਜਿਕ ਇੰਪੋਰਟੈਂਸ ਹੈਗੀ। ਜੇ ਉਹਦੀ ਇੰਨੀ ਸਟ੍ਰੈਟੇਜਿਕ ਇੰਪੋਰਟੈਂਸ ਹੈ ਕਿ ਉਸ ਬੰਦੇ ਨੂੰ ਤੁਸੀਂ G8 ਦੀ ਮੀਟਿੰਗ ਦੇ ਵਿੱਚ ਸੱਦਦੇ ਹੋ ਤੇ ਉੱਥੇ ਬਿਠਾਉਂਦੇ ਹੋ, ਤੇ ਉਹਦੇ ਤੇ ਰੈਗੂਲੇਸ਼ਨ ਹੋਣੀ ਚਾਹੀਦੀ ਹੈ। ਨਹੀਂ ਜੀ, ਮੈਨੂੰ ਲੱਗਦਾ ਇਹ ਤੁਸੀਂ ਇਹ ਤੇ ਸਟ੍ਰੈਟੇਜਿਕ ਇਨਪੁਟ ਹੋ ਗਏ। ਜੇ ਤੁਸੀਂ ਨਿਊਜ਼ਪੇਪਰ ਅੱਜ ਦੀ ਡੇਟ ਵਿੱਚ ਦੇਖੋ, ਸਾਰੇ ਦੇ ਸਾਰੇ ਨਿਊਜ਼ਪੇਪਰ ਕੋਈ ਪੋਲੀਟੀਕਲ ਪਾਰਟੀ ਚਲਾ ਰਹੀ ਹੈ, ਚੈਨਲ ਕੋਈ ਚਲਾ ਰਿਹਾ ਹੈ, ਤੇ ਜੇ ਤੁਸੀਂ ਮੀਡੀਆ ਦਾ ਇਨਫਲੂਐਂਸ ਤੇ ਜਨਤਾ ਤੇ ਹੋਏਗਾ ਹੀ ਹੋਏਗਾ। ਜੇ ਤੁਸੀਂ ਕਮਿਊਨੀਕੇਸ਼ਨ ਦਾ ਮੋਡ ਕੰਟਰੋਲ ਕਰੋ ਤੇ ਤੁਸੀਂ ਉਹਦੇ ਥਰੂ ਨਵੇਂ ਵਿਚਾਰ ਭੇਜ ਸਕਦੇ ਹੋ, ਨਵੇਂ ਵਿਚਾਰ ਪਪੂਲਰਾਈਜ਼ ਕਰ ਸਕਦੇ ਹੋ। ਸੋਸ਼ਲ ਮੀਡੀਆ ਵੀ ਇਹੀ ਕੰਮ ਕਰਦਾ ਹੈ, ਖਾਲੀ ਫੇਸਬੁੱਕ ਇੱਕ ਨਹੀਂ ਹੈ, ਵੈਬਸਾਈਟਾਂ ਹੁਣ ਤੇ ਤੁਸੀਂ ਗੂਗਲ ਸਰਚ ਤੇ ਕਰੋਗੇ ਤੇ ਕਿਸੇ ਵੀ ਕੀਵਰਡ ਤੇ ਤੁਹਾਨੂੰ ਹਜ਼ਾਰਾਂ ਵੈਬਸਾਈਟਾਂ ਮਿਲ ਜਾਣਗੀਆਂ। ਅੱਜ ਦੀ ਡੇਟ ਵਿੱਚ ਲੜਾਈ ਹੈ ਟੌਪ 20 ਟੌਪ 30 ਵਿੱਚ ਕੌਣ ਆਏਗਾ, ਤੇ ਉਹਦੇ ਲਈ SEO ਦੀ ਇੱਕ ਪੂਰੀ ਮਾਰਕੀਟ ਤੇ SEO ਐਕਸਪਰਟ ਬਣ ਗਏ ਨੇ। ਤੇ ਇਹ ਜਿਹੜਾ ਹੈ ਇੱਕਦਮ ਵੱਖਰਾ ਮੁੱਦਾ ਹੈ ਕਿ ਤੁਸੀਂ ਸਟ੍ਰੈਟੇਜਿਕ ਇੰਪੋਰਟੈਂਸ ਲਈ ਤੁਸੀਂ ਕਮਿਊਨੀਕੇਸ਼ਨ ਨੂੰ ਕਿਸ ਤਰ੍ਹਾਂ ਮੋਲਡ ਕਰਨਾ ਚਾਹੁੰਦੇ ਹੋ, ਕਿਸ ਤਰ੍ਹਾਂ ਯੂਜ਼ ਕਰਨਾ ਚਾਹੁੰਦੇ ਹੋ। ਉਹ ਤੁਸੀਂ ਵਿਚਾਰ ਇੱਕ ਨਵਾਂ ਪ੍ਰੋਪੋਗੇਟ ਕਰ ਸਕਦੇ ਹੋ। ਇਹ ਕੰਮ ਤੁਸੀਂ ਕਿਤਾਬਾਂ ਨਾਲ ਕਰਦੇ ਹੋ। ਅਸੀਂ ਦੇਖਿਆ ਰਸ਼ੀਅਨ ਇੰਪਾਇਰ ਨੇ ਕੀਤਾ ਹੈ ਆਪਣਾ, ਉਸ ਜਿਸ ਟਾਈਮ ਕਰਨਾ ਸੀ ਤੇ ਉਹਨਾਂ ਨੇ ਪੂਰਾ ਕਿਤਾਬਾਂ ਨਾਲ ਕੀਤਾ। ਅਸੀਂ ਦੇਖਿਆ ਹੈ ਨਾਜ਼ੀ ਹਿਟਲਰ ਨੂੰ ਦੇਖਿਆ, ਉਸ ਟਾਈਮ ਨਾਜ਼ੀ ਜਰਮਨ ਨੂੰ ਦੇਖਿਆ, ਉਹਨਾਂ ਨੇ ਕਿਤਾਬਾਂ ਨਾਲ ਅਖਬਾਰਾਂ ਦਾ ਕੰਟਰੋਲ ਕਰਕੇ ਕੀਤਾ ਹੈ। ਅਸੀਂ ਦੇਖਿਆ ਵੈਸਟ ਵਿੱਚ ਦੇਖਿਆ, ਹੁਣ ਤੁਸੀਂ US ਵਿੱਚ ਗੱਲ ਕਰੋ ਤੇ US ਵਿੱਚ ਜਿਹੜਾ ਮੀਡੀਆ ਉਹ ਇੱਕ ਪਾਰਟਿਕੂਲਰ ਫਿਲਾਸਫੀ, ਇੱਕ ਪਾਰਟਿਕੂਲਰ, ਪਰ ਤੁਸੀਂ ਕੁੱਲ ਮਿਲਾ ਕੇ ਜਦੋਂ ਇਹ ਕਹਿੰਦੇ ਹੋ ਕਿ ਵੀ ਤੁਸੀਂ ਵਿਚਾਰਾਂ ਨੂੰ ਮੋਲਡ ਕਰ ਸਕਦੇ ਹੋ, ਕੁੱਲ ਮਿਲਾ ਕੇ ਤੁਸੀਂ ਉਹ ਸਟੇਟ ਨੂੰ ਇਸ ਗੱਲ ਦੀ ਇਜਾਜ਼ਤ ਦਿੰਦੇ ਹੋ ਨਾ ਕਿ ਵੀ ਉਹ ਇੰਟਰਨੈਟ ਨੂੰ ਵੀ ਕਿਸ ਤਰੀਕੇ ਨਾਲ ਯੂਜ਼ ਕਰ ਸਕਦਾ, ਜਿਹਦੀ ਗੱਲ ਡੇਵਿਡ ਕੈਮਰਨ ਦਾ ਜਾਂ G8 ਦੇ ਵਿੱਚ ਹੋ ਰਹੀ ਹੈ। ਮੈਨੂੰ ਲੱਗਦਾ ਇਹ ਸਟੇਟ ਦੇ ਕੰਟਰੋਲ ਵਿੱਚ ਨਹੀਂ ਹੈ, ਤਾਂ ਹੀ ਕਰਕੇ ਸਟੇਟ ਜਿਹੜਾ ਛਟਪਟਾ ਰਿਹਾ ਹੈ ਤੇ ਨਵੇਂ ਰੂਲ, ਨਵੇਂ ਲਾਅ ਬਣਾਉਣਾ ਚਾਹੁੰਦਾ ਹੈ, ਕਿਉਂਕਿ ਇਹ ਸਟੇਟ ਦੇ ਹੱਥ ਤੋਂ ਬਾਹਰ ਜਾ ਰਿਹਾ ਹੈ। ਤੁਸੀਂ ਅਖਬਾਰ ਕੰਟਰੋਲ ਕਰ ਸਕਦੇ ਹੋ, ਤੁਸੀਂ TV ਚੈਨਲ ਕੰਟਰੋਲ ਕਰ ਸਕਦੇ ਹੋ, ਪਰ ਤੁਸੀਂ ਇੱਕ ਬੰਦੇ ਦੇ ਆਪਣੀ ਓਪੀਨੀਅਨ ਨਹੀਂ ਕ੍ਰੀਏਟ ਕਰ ਸਕਦੇ। ਜੀ, ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ ਹੈ। ਓਵਰ ਅ ਪੀਰੀਅਡ ਆਫ ਟਾਈਮ ਇਫ ਸਮ individual throws in an idea, there can be mass following, ਬਹੁਤ ਸਾਰੇ ਲੋਕ ਉਹਨੂੰ ਫੋਲੋ ਕਰ ਸਕਦੇ, ਉਹ ਸਟੇਟ ਨਹੀਂ ਕੰਟਰੋਲ ਕਰ ਸਕਦਾ। ਜਗਦੀਪ, ਤੁਸੀਂ ਕੀ ਸੋਚਦੇ ਹੋ ਇਸ ਮੁੱਦੇ ਤੇ? ਹਾਂਜੀ, ਐਕਚੁਅਲੀ ਆਈ ਵੁੱਡ ਡਿਫਰ ਵਿਦ ਮਾਈ ਫਰੈਂਡ ਹੇਅਰ, ਕਿਉਂਕਿ ਇਹ ਕਹਿ ਰਹੇ ਇਹ ਕੰਪੈਰੀਜ਼ਨ ਸ਼ੋ ਕਰ ਰਹੇ ਇੰਟਰਨੈਟ ਦਾ ਬੁੱਕਸ ਤੇ ਨਿਊਜ਼ਪੇਪਰਸ ਨਾਲ। ਇਹ ਤਿੰਨੋਂ ਮੀਡੀਆ ਵਿੱਚ ਬਹੁਤ ਜ਼ਿਆਦਾ ਵਾਸਟ ਫਰਕ ਹੈ, ਕਿਉਂਕਿ ਇੰਟਰਨੈਟ ਇਜ਼ ਅ ਵੈਰੀ ਫਾਸਟ and powerful media. Books are very slow. The circulation, the publication, etc. It is a time consuming, distribution takes time. Similarly, newspaper. Internet, a person who it takes a newspaper, if the person reads the e-paper on internet, it's much faster. It becomes an internet media. The impact on the people, ਲੋਕਾਂ ਦੇ ਉੱਤੇ ਇਸ ਚੀਜ਼ ਦਾ impact ਇੰਟਰਨੈਟ ਦਾ ਕਿਤਾਬਾਂ ਤੇ ਅਖਬਾਰਾਂ ਤੋਂ ਬਹੁਤ ਹੱਦ ਤੱਕ ਜ਼ਿਆਦਾ ਹੈ। ਜਿਸ ਤਰ੍ਹਾਂ ਪਿਕਚਰਾਂ ਦਾ, ਟੈਲੀਵਿਜ਼ਨ ਦਾ ਲੋਕਾਂ ਤੇ ਇੰਪੈਕਟ ਸਾਈਕੋਲੋਜੀਕਲੀ ਔਨ ਦੇ ਮਾਈਂਡ
ਬਹੁਤ ਇਹ ਗੱਲ ਤਾਂ impact ਬਿਲਕੁਲ is ਸਪਸ਼ਟ ਹੋ ਗਈ, very ਇਹ ਤਾਂ fast and ਸਰਕਾਰਾਂ ਵੀ powerful. ਮੰਨਦੀਆਂ ਨੇ ਕਿਉਂਕਿ ਬਹੁਤ ਵਾਰ ਇਹ ਦੇਖਿਆ ਜਾਂਦਾ ਕਿ ਵੀ ਜਿਹੜਾ ਇੰਟਰਨੈਟ ਦਾ ਅਸਰ ਹੈ ਉਹ ਬਹੁਤ ਜ਼ਿਆਦਾ ਹੈ, ਖਾਸ ਤੌਰ ਦੇ ਉੱਤੇ ਅਫਰੀਕਾ ਦੀਆਂ ਸਾਰੀਆਂ ਵਿਗਾਤਾਂ ਨੂੰ। ਮੈਂ ਹੇਮੰਤ ਜੀ ਤੁਹਾਡੇ ਕੋਲ ਵਾਪਸ ਆਵਾਂਗਾ ਇੱਕ ਵਾਰ। ਲੈਟ ਮੀ ਮੇਕ ਮਾਈ ਪੁਆਇੰਟ ਫਰਸਟ। ਤੇ ਐਸੀ ਵਜ੍ਹਾ ਕਰਕੇ ਇਹਦੇ ਇੰਨੇ ਡਿਜ਼ਾਸਟਰਸ ਕਨਸੀਕੁਐਂਸਸ ਹੋ ਸਕਦੇ ਹਨ ਨੈਸ਼ਨਲ ਸਿਕਿਉਰਿਟੀ ਤੇ ਕਿ ਜਾਂ ਕਿਸੇ ਵੀ ਹੋਰ ਵਜ੍ਹਾ ਕਰਕੇ it can be used and misused. Yes, it has to be controlled, ਇਹਨੂੰ ਕੰਟਰੋਲ ਕਰਨਾ ਪਏਗਾ। ਹੁਣ he is talking about England, August 8th 2011 ਨੂੰ ਟੋਟਨਹੈਮ ਦੇ ਰਾਈਟ ਸਟਾਰਟ ਹੋਏ। why were they fueled up? ਇੰਨੀ ਤੇਜ਼ ਸਪਰੈਡ ਕਿਉਂ ਹੋਏ? ਬਿਕੋਜ਼ ਜਿਹੜੀ ਪੋਸਟ ਇੰਟਰਨੈਟ ਦੇ ਅਕਾਊਂਟਸ ਤੇ ਲਗਾਈ ਗਈ, ਸੋਸ਼ਲ ਨੈਟਵਰਕ ਅਕਾਊਂਟਸ ਤੇ, this one is on the house loot ਜੀ ਤੇ they had to ਪਰ block ਜਗਦੀਪ ਇਹਦਾ them. ਦੂਜਾ ਪੱਖ ਵੀ ਹੈ। ਤਰਨ ਵਾਲੀ ਜਦੋਂ ਵੀਡੀਓ ਆਉਂਦੀ ਹੈ ਇੰਟਰਨੈਟ ਦੇ ਉੱਤੇ ਉਹ ਤੋਂ ਬਾਅਦ ਹੀ ਕਾਰਵਾਈ ਹੁੰਦੀ ਹੈ, ਉਹ ਤੋਂ ਪਹਿਲਾਂ ਨਹੀਂ ਹੁੰਦੀ। ਓਕੇ, ਤਰਨ ਵਾਲੀ ਵੀਡੀਓ ਬਣ ਗਈ, ਲੋਕਾਂ ਨੇ ਉਹਨੂੰ ਦੇਖਿਆ, ਪੀਪਲ ਵਰ ਮੇਡ ਅਵੇਅਰ ਕਿ ਕੋਈ ਅਟਰੋਸਿਟੀ ਕੀਤੀ ਗਈ ਹੈ। ਬਟ ਔਨ ਦਾ ਅਦਰ ਹੈਂਡ ਜਿਹੜੀਆਂ ਸੋਸ਼ਲ ਨੈਟਵਰਕਿੰਗ ਸਾਈਟਸ ਨਾਲ ਐਫਆਈਆਰਸ ਫਿਊਲ ਹੋਈਆਂ, ਸਾਡੇ ਨਾਰਥ ਈਸਟ ਇੰਡੀਆ ਵਿੱਚ ਕੀ ਹੋਇਆ? ਸਾਰੇ ਨਾਰਥ ਈਸਟ ਇੰਡੀਅਨਸ ਜਿਹੜੇ ਸਾਊਥ ਇੰਡੀਆ ਵਿੱਚ ਰਹਿ ਰਹੇ ਸੀ, ਦੇ ਫਿਊਲਡ ਰਿਊਮਰਸ ਅਬਾਊਟ देयर ਸੇਫਟੀ। 20 Twitter accounts had to be blocked. ਨਹੀਂ ਤੇ ਉੱਥੇ they would have been fires ਜੀ there. ਤੁਹਾਡੀ ਗੱਲ ਸਪਸ਼ਟ ਹੋ ਗਈ। ਮੋਨਿਕਾ ਤੁਸੀਂ ਕੀ ਸੋਚਦੇ ਹੋ? ਐਨੀ ਪੋਲਰਾਈਜ਼ਡ ਡਿਬੇਟ ਦੇ ਵਿੱਚ ਇੱਕ ਅਕੈਡਮੀਸ਼ੀਅਨ ਤੋਂ ਪੁੱਛਣਾ ਮੈਨੂੰ ਲੱਗਦਾ ਲਾਹੇਵੰਦ ਰਹੇਗਾ। ਦੇਖੋ ਦਿਲਜੀਤ, ਮੈਨੂੰ ਇਦਾਂ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਨੇ ਸਾਡੀ ਜਿਹੜੀ ਇਹ ਬੇਸਿਕ ਅੰਡਰਸਟੈਂਡਿੰਗ ਹੈ ਕਿ ਇੰਟਰਨੈਟ ਦੇ ਮੀਡੀਅਮ ਕਰਕੇ ਇਹ ਪ੍ਰੋਬਲਮਸ ਹੋ ਰਹੀਆਂ, ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਬਈ ਇੰਟਰਨੈਟ ਵੀ ਇੱਕ ਤਰ੍ਹਾਂ ਦਾ, ਤੁਸੀਂ ਕਹਿ ਰਹੇ ਹੋ ਨਾ ਕਿ ਉਸ ਤਰੀਕੇ ਦੀ ਸਾਰੀ ਸੋਸ਼ਲ ਕਮਿਊਨੀਕੇਸ਼ਨ ਦਾ ਇੱਕ ਜ਼ਰੀਆ ਹੈ। ਤੇ ਅਸੀਂ ਇਹ ਕਿਵੇਂ ਐਕਸਪੈਕਟ ਕਰਨ ਲੱਗ ਪੈਂਦੇ ਹਾਂ ਕਿ ਆਮ ਜ਼ਿੰਦਗੀ ਦੇ ਵਿੱਚ ਤਾਂ ਅਸੀਂ ਗਾਲੀ ਗਲੋਚ, ਪੋਜ਼ਿਟਿਵ ਨੈਗੇਟਿਵ ਰਿਐਕਸ਼ਨਸ ਨੂੰ ਨੈਚੁਰਲ ਸਮਝਦੇ ਹਾਂ, ਪਰ ਜਦੋਂ ਇੱਕ ਸੋਸ਼ਲ ਮੀਡੀਆ ਦੇ ਉੱਪਰ, ਇੰਟਰਨੈਟ ਦੇ ਉੱਪਰ ਅਸੀਂ ਬਹੁਤ ਹੀ ਜ਼ਿਆਦਾ ਪ੍ਰੋਟੋਕੋਲ ਲਗਾਉਣਾ ਚਾਹੁੰਦੇ ਹਾਂ। ਯਾਨੀ ਕਿ ਆਜ਼ਾਦੀ ਇੱਦਾਂ ਦੀ ਹੈ ਕਿ ਮੈਂ ਬੈਠ ਕੇ ਕਿਸੇ ਅਮਰੀਕਾ ਦੇ ਬੰਦੇ ਨਾਲ ਗੱਲ ਕਰਾਂ, ਲੇਕਿਨ ਤੁਸੀਂ ਪ੍ਰੋਟੋਕੋਲ ਮੇਰੇ ਤੋਂ ਆਪਣੀ ਉਹੀ ਐਥੀਕਲ ਤੇ ਆਪਣੀਆਂ ਸਟੇਟ ਰੈਗੂਲੇਟਡ ਚੀਜ਼ਾਂ ਨਾਲ ਚਾਹੁੰਦੇ ਹੋ। ਸੋ ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇੰਟਰਨੈਟ ਦੇ ਮੀਡੀਅਮ ਤੋਂ ਜਿਹੜੀਆਂ ਸਾਡੀਆਂ ਇਹ ਐਕਸਪੈਕਟੇਸ਼ਨਸ ਹੈ ਲੋਕਾਂ ਤੋਂ ਕਿ ਉਹ ਆਪਣੀ ਲੈਂਗੁਏਜ ਦੇ ਵਿੱਚ, ਆਪਣੇ ਐਕਸਪ੍ਰੈਸ਼ਨਸ ਦੇ ਵਿੱਚ ਮੋਡਰੇਟ ਹੋਣ ਤੇ ਇੱਕ ਖਾਸ ਚੀਜ਼ ਨੂੰ ਉਹ ਕਰਨ, ਇਹੋ ਜਿਹੀ ਐਕਸਪੈਕਟੇਸ਼ਨ ਮੇਰੇ ਖਿਆਲ ਦੇ ਵਿੱਚ ਬਿਲਕੁਲ ਰੈਸ਼ਨਲ ਨਹੀਂ। ਉਹਦੇ ਵਿੱਚ ਇੱਕ ਇਸ ਕਰਕੇ ਉਹ ਤਵੱਕੋਂ ਕੀਤੀ ਜਾਂਦੀ ਹੈ ਕਿ ਜਦੋਂ ਅਸੀਂ ਚਾਰ ਬੰਦਿਆਂ ਦੇ ਵਿੱਚ ਗੱਲਾਂ ਖੜ ਕੇ ਕਰਦੇ ਆ ਤਾਂ ਅਸੀਂ ਕੁਛ ਨਾ ਕਿਸੇ ਜਾਬਤੇ ਦੇ ਵਿੱਚ ਰਹਿੰਦੇ ਆ, ਜੋ ਸਮਾਜਿਕ ਜਾਬਤਾ ਹੈਗਾ। ਜਦੋਂ ਅਸੀਂ ਇਕੱਲੇ ਇੱਕ ਦੂਜੇ ਨਾਲ ਗੱਲ ਕਰਦੇ ਆ ਤੇ ਉਹ ਬਿਲਕੁਲ ਹੋਰ ਕਿਸਮ ਦੀ ਹੋ ਸਕਦੀ ਹੈ। ਇੰਟਰਨੈਟ ਬਾਰੇ ਇਹ ਗੱਲ ਹੈ ਕਿ ਵੀ ਤੁਸੀਂ ਜਿਹੜੀਆਂ ਪਬਲਿਕ ਪਰਸਨੈਲਿਟੀਜ਼ ਨੇ ਉਹਨਾਂ ਬਾਰੇ ਜਦੋਂ ਟਿੱਪਣੀ ਕਰਦੇ ਹੋ ਤੇ ਉਸ ਹੱਦ ਤੱਕ ਚਲੇ ਜਾਂਦੇ ਜਿਹਦੇ ਤੁਸੀਂ ਇੱਕ ਦੂਜੇ ਕੋਲ ਆਮਣੇ ਸਾਹਮਣੇ ਬੈਠ ਕੇ ਕਰਦੇ ਆ ਜਾਂ ਉਹ ਤੋਂ ਵੀ ਨੀਵੇਂ ਪੱਧਰ ਦੀਆਂ। ਜਿਵੇਂ ਕੱਲ ਦੀ ਗੱਲ ਹੈ ਕਿ ਵੀ ਇੱਕ ਬਹੁਤ ਸੀਨੀਅਰ ਜਰਨਲਿਸਟ ਨੇ ਇਸ ਕਰਕੇ ਆਪਣਾ ਟਵਿੱਟਰ ਅਕਾਊਂਟ ਬੰਦ ਕਰਨ ਦੀ ਗੱਲ ਕੀਤੀ ਕਿਉਂਕਿ ਉਹਨੂੰ ਬਹੁਤ ਗਾਲਾਂ ਕੱਢੀਆਂ ਜਾ ਰਹੀਆਂ ਸੀਗੀਆਂ। ਉਸੇ ਤਰੀਕੇ ਨਾਲ ਇੱਕ ਵੂਮਨ ਐਕਟਿਵਿਸਟ ਨੇ ਕੱਲ ਇੱਕ ਕੇਸ ਫਾਇਰ ਕੀਤਾ ਕਿਉਂਕਿ ਉਹਨੂੰ ਬਹੁਤ ਹੀ ਗਾਲਾਂ ਕੱਢੀਆਂ ਗਈਆਂ ਇਸੇ ਮੁੱਦੇ ਦੇ ਉੱਤੇ। ਉਹਨੂੰ ਕੀ ਕਹੇਂਗੇ ਤੁਸੀਂ? ਇਸ ਮਾਮਲੇ ਦੇ ਵਿੱਚ ਮੇਰਾ ਇਹ ਕਹਿਣਾ ਹੋਏਗਾ ਕਿ ਦੇਖੋ, ਜਦੋਂ ਇਨਫੋਰਮੇਸ਼ਨ ਦੀ ਇੰਨੀ ਮਲਟੀਪਲਿਸਿਟੀ ਹੋਵੇ, ਜਦੋਂ ਅਸੀਂ ਇਸ ਮੀਡੀਅਮ ਦੇ ਵਿੱਚ ਇੰਨੇ ਅੱਗੇ ਆ ਚੁੱਕੇ ਹੋਈਏ, ਉਸ ਵੇਲੇ ਉਸ ਨੂੰ ਕੰਟਰੋਲ ਕਰਨ ਦੇ ਸੋਚਣ ਤੋਂ ਦੀ ਬਜਾਏ ਮੈਨੂੰ ਲੱਗਦਾ ਹੈ ਕਿ ਇਹੋ ਜਿਹੀਆਂ ਡਿਸਕ੍ਰਿਪੈਂਸੀਜ਼ ਨੂੰ, ਇਹੋ ਜਿਹੀਆਂ ਡਿਵੀਏਸ਼ਨ ਨੂੰ ਕੰਟਿੰਜੈਂਟ ਬੇਸਿਸ ਤੇ ਸੋਲਵ ਕਰਨਾ ਚਾਹੀਦਾ ਹੈ। ਕਿ ਜਿਵੇਂ ਤੁਸੀਂ ਕਹਿ ਰਹੇ ਹੋ ਇੱਕ ਪਾਰਟਿਕੂਲਰ ਐਕਟਿਵਿਸਟ ਜੋ ਹਮੇਸ਼ਾ ਲੋਕਾਂ ਦੇ ਹਿੱਤ ਵਿੱਚ ਲਿਖ ਪੜ੍ਹ ਰਹੀ ਸੀ, ਦੱਸ ਰਹੀ ਸੀ, ਉਸ ਨੂੰ ਮਤਲਬ ਜੈਂਡਰ ਬੇਸ ਤੇ ਵੀ ਕਮੈਂਟਸ ਕੀਤੇ ਗਏ ਤੇ ਉਹ ਹੈਰਸ ਹੋਈ, ਉਹਦਾ ਹੈਰਸ ਹੋਣਾ ਬਿਲਕੁਲ ਸੁਭਾਵਿਕ ਹੈ। ਉਸ ਵੇਲੇ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਜੋ ਲੋਕ ਉਹਨੂੰ ਡਿਫੈਂਡ ਕਰਦੇ ਆ, ਆਪਣੀ ਇੰਟੈਲੈਕਚੁਅਲ ਪੈਸਿਵਿਟੀ ਤੋਂ ਬਾਹਰ ਆ ਕੇ ਉਸ ਨੂੰ ਸਪੋਰਟ ਕਰਨਾ, ਨਾ ਕਿ ਰੈਗੂਲੇਸ਼ਨ ਦੇ ਰਸਤੇ ਚੱਲ ਪੈਣਾ। ਕਿਉਂਕਿ ਤੁਸੀਂ ਉਹ ਵੀ ਤਾਂ ਦੇਖੋ ਨਾ, ਜਿੰਨੇ ਲੋਕਾਂ ਨੂੰ ਉਹ ਸੈਂਸਿਟਾਈਜ਼ ਕਰ ਰਹੀ ਹੈ ਫਿਰ ਉਹ ਵੀ ਤਾਂ ਨਾਲ ਹੀ ਬੰਦ ਹੋਏਗਾ ਨਾ। ਸੋ ਕੋਈ ਵੀ ਐਬਸੋਲਿਊਟ ਮੈਜਰ ਇਹਦੇ ਬਾਰੇ ਸੋਚ ਪਾਣਾ ਮੇਰੇ ਖਿਆਲ ਦੇ ਵਿੱਚ, ਪਰ ਉਸੇ ਮੀਡੀਅਮ ਦੇ ਉੱਤੇ ਬੱਚਾ ਵੀ ਵੇਚਿਆ ਜਾਂਦਾ ਨਾ ਉਸੇ ਦਿਨ। ਇਹ ਤਿੰਨੇ ਘਟਨਾਵਾਂ ਜਿਹੜੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਇੱਕੋ ਦਿਨ ਦੀਆਂ ਗੱਲਾਂ ਨੇ। ਇਹ ਸੰਯੋਗ ਵੀ ਹੋ ਸਕਦਾ ਜਾਂ ਹੋ ਸਕਦਾ ਇਹਦਾ ਰੋਜ਼ ਹੁੰਦਾ ਹੋਵੇ, ਕੁਝ ਗੱਲਾਂ ਸਾਨੂੰ ਪਤਾ ਚੱਲ ਸਕਦੀਆਂ, ਪਰ ਉਸ ਟੈਕਨੋਲੋਜੀ ਦੇ ਵਿੱਚ ਇਸ ਗੱਲ ਦੀ ਸੰਭਾਵਨਾ ਪਈ ਹੈਗੀ। ਜੀ ਹੇਮੰਤ, ਤੁਸੀਂ ਕੁਝ ਕਹਿਣ ਲੱਗੇ ਸੀ। ਜੀ, ਸਭ ਤੋਂ ਪਹਿਲੀ ਗੱਲ ਕਿ ਨਿਊਜ਼ਪੇਪਰ ਵੀ ਉਨਾ ਹੀ ਫਾਸਟ ਮੀਡੀਆ, ਜਿਹੜੀ ਇੱਥੇ ਗੱਲ ਹੋਈ ਹੈ ਪੈਨਲ ਵਿੱਚ, ਨਿਊਜ਼ਪੇਪਰ ਵੀ ਉਨਾ ਹੀ ਫਾਸਟ ਮੀਡੀਆ ਜਿੰਨਾ ਇੰਟਰਨੈਟ ਜਾਂ ਟਵਿੱਟਰ ਜਾਂ ਫੇਸਬੁੱਕ ਹੈ। ਨਿਊਜ਼ਪੇਪਰ ਵੀ ਤੁਸੀਂ ਸ਼ਾਮੀ ਖਬਰ ਲਾਉਂਦੇ ਹੋ, ਸਵੇਰੇ ਛਪ ਜਾਂਦੀ ਹੈ ਤੇ ਉਹਦਾ ਇੰਪੈਕਟ ਲੱਖਾਂ ਲੋਕਾਂ ਤੇ, ਕਰੋੜਾਂ ਲੋਕਾਂ ਤੇ ਹੁੰਦਾ ਤੇ ਅੱਗੇ ਉਹ ਚੱਲਦੀ ਰਹਿੰਦੀ ਹੈ। ਤੇ ਇਦਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਨੇ ਕਿ ਖਬਰਾਂ ਗਲਤ ਛਪ ਗਈਆਂ, ਬਹੁਤ ਸਾਰੇ ਜਾਣਬੁੱਝ ਕੇ ਪ੍ਰੋਪੇਗੈਂਡਾ ਚੱਲਦਾ ਹੈ, ਕਲਰਡ ਨਿਊਜ਼ ਆਉਂਦੀਆਂ, ਕਲਰਡ ਕਾਲਮਸ ਆਉਂਦੇ ਨੇ, ਓਪੀਨੀਅਨ ਬਣਾਉਣ ਦੀ, ਜਨਰੇਟ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਤੇ ਇਹ ਕਹਿਣਾ ਕਿ ਇਹ ਫਾਸਟ ਮੀਡੀਆ ਤਾਂ ਕਰਕੇ ਇਹਨੂੰ ਵੱਖਰੇ ਤੌਰ ਤੇ ਦੇਖਣਾ ਚਾਹੀਦਾ, ਮੈਨੂੰ
ਲੱਗਦਾ ਉਹ ਗਲਤ ਹੈ। ਦੂਜੀ ਗੱਲ ਇੱਥੇ ਇਹ ਅਸੀਂ ਭੁੱਲ ਰਹੇ ਨੇ, ਪਰ ਇੱਕ ਜਿਹੜੀ ਗੱਲ ਹੈ ਨਾ ਕਿ ਵੀ ਇੱਕ ਤਾਂ ਹੈਗਾ ਤੁਸੀਂ ਫ੍ਰੈਕਸ਼ਨ ਸੈਕਿੰਡਸ ਦੇ ਵਿੱਚ, ਮਤਲਬ ਸੈਕਿੰਡਸ ਦੇ ਵਿੱਚ ਗੱਲ ਆਈ ਤੇ ਪਾਰ ਗਈ, ਤੇ ਦੂਜੇ ਪਾਸੇ ਘੱਟੋ ਘੱਟ ਤੁਹਾਡੇ ਕੋਲ 12-14 ਘੰਟੇ ਦਾ ਵਕਫਾ ਹੈਗਾ, ਜਾਂ ਤੁਸੀਂ ਬੈਠ ਕੇ ਲਿਖਣਾ 3 ਘੰਟੇ, 1 ਵਜੇ ਨਿਊਜ਼ਪੇਪਰ ਆ ਜਾਂਦਾ, 11 ਵਜੇ ਤੁਸੀਂ ਪ੍ਰਿੰਟ ਵਿੱਚ ਜਾਂਦੇ ਹੋ। ਪਰ ਜਦੋਂ ਉਹਦੇ ਬਾਰੇ ਫੈਸਲਾ ਹੋਇਆ, ਉਹਦੇ ਕੰਟੈਂਟ ਬਾਰੇ ਫੈਸਲਾ ਹੋਇਆ, ਕਿੰਨੇ ਲੋਕ ਬੈਠੇ ਇੰਟਰਨੈਟ ਨਹੀਂ ਜਦੋਂ ਕੰਟੈਂਟ ਬਾਰੇ ਫੈਸਲਾ ਹੋਇਆ ਉਹਦੇ ਬਾਰੇ ਟਾਈਮ ਲੱਗਿਆ ਨਾ। ਮੈਂ ਉਸੇ ਤੇ ਆ ਰਿਹਾ, ਦੂਜੇ ਪੁਆਇੰਟ ਤੇ ਆ ਰਿਹਾ, ਜਿਹੜਾ ਤੁਸੀਂ ਜਦ ਤੁਸੀਂ ਇੱਕ ਸਾਈਡ ਤੇ ਇਹ ਕਹਿ ਰਹੇ ਹੋ ਕਿ ਇੰਟਰਨੈਟ ਇਜ਼ ਵੈਰੀ ਫਾਸਟ ਮੀਡੀਆ, ਪਰ ਤੁਸੀਂ ਇਹ ਭੁੱਲ ਰਹੇ ਹੋ ਕਿ ਜਿੱਥੇ ਇਸ ਸ਼ਹਿਰ ਵਿੱਚ ਨਿਊਜ਼ਪੇਪਰ ਦੇ ਸ਼ਾਇਦ 2 4 5 10 ਆਪਸ਼ਨਸ ਹੋਣਗੇ, ਇੰਟਰਨੈਟ ਵਿੱਚ ਕਰੋੜਾਂ ਵੈਬਸਾਈਟਾਂ ਦੀ ਆਪਸ਼ਨ ਹੈ। ਕੌਣ ਕਹਿ ਰਿਹਾ ਹੈ ਤੁਸੀਂ ਜਾ ਕੇ ਫੇਸਬੁੱਕ ਤੇ ਅਕਾਊਂਟ ਬਣਾਓ, ਕੌਣ ਕਹਿ ਰਿਹਾ ਤੁਸੀਂ ਟਵਿੱਟਰ ਤੇ ਅਕਾਊਂਟ ਬਣਾਓ, ਕਿਸੇ ਨੇ ਤੁਹਾਨੂੰ ਇਨਵੀਟੇਸ਼ਨ ਨਹੀਂ ਭੇਜਿਆ ਹੈ, ਤੁਸੀਂ ਖੁਦ ਜਾ ਕੇ ਤੁਸੀਂ ਉਹ ਯੂਜ਼ ਕਰ ਰਹੇ ਹੋ, ਤੁਹਾਨੂੰ ਨਹੀਂ ਚੰਗਾ ਲੱਗ ਰਿਹਾ, ਯੂ ਆਪਟ ਆਊਟ। ਤੁਸੀਂ ਟਵਿੱਟਰ ਤੇ ਆਪਣਾ ਅਕਾਊਂਟ ਬਣਾਇਆ, ਤੁਸੀਂ ਇੱਕ ਕਮੈਂਟ ਪਾਇਆ, ਕਮੈਂਟ ਪਾ ਕੇ ਤੁਸੀਂ ਰਿਐਕਸ਼ਨ ਐਕਸਪੈਕਟ ਕਰਦੇ ਹੋ, ਜੇ ਨੈਗੇਟਿਵ ਰਿਐਕਸ਼ਨ ਆਏ ਤੁਸੀਂ ਕਹਿੰਦੇ ਹੋ ਇਹਨੂੰ ਬੈਨ ਕਰ ਦਿਓ ਮੈਂ ਜਾ ਰਿਹਾ, ਜੇ ਪੋਜ਼ਿਟਿਵ ਰਿਐਕਸ਼ਨ ਆਏ ਤੇ ਤੁਸੀਂ ਉਹਨੂੰ ਫਲੈਸ਼ ਕਰਦੇ ਹੋ। ਤੇ ਜੇ ਤੁਸੀਂ ਇਹ ਆਪਣਾ ਕੋਈ ਐਕਸ਼ਨ, ਕੋਈ ਰਿਸਪੌਂਸ, ਕੋਈ ਕਮੈਂਟ ਪਾ ਰਹੇ ਹੋ, then you should be willing, you should accept negative responses also। ਜੇ ਕੋਈ ਗੱਲ ਤੁਹਾਨੂੰ ਗਲਤ ਲੱਗ ਰਹੀ ਹੈ, ਤੁਸੀਂ ਜਾਓ, ਤੁਹਾਨੂੰ ਕੌਣ ਰੋਕਦਾ ਕੋਰਟ ਵਿੱਚ ਜਾ ਕੇ ਕੇਸ ਫਾਈਲ ਕਰਨ ਨੂੰ? ਕੋਈ ਨਹੀਂ ਰੋਕਦਾ। ਜੇ ਤੁਹਾਨੂੰ ਲੱਗਦਾ ਹੈ ਕੋਈ ਕ੍ਰਿਮੀਨਲ ਐਕਟ ਹੋ ਰਿਹਾ ਹੈ ਜਾਂ ਕੋਈ ਕ੍ਰਿਮੀਨਲ ਐਕਟ ਕੋਈ ਕੰਡਿਊਟ ਕੋਈ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਯੂ ਗੋ ਐਂਡ ਕੰਪਲੇਨ ਟੂ ਦਾ ਪੁਲਿਸ। ਜਿੱਥੇ ਹੁਣ ਤੁਸੀਂ ਗੱਲ ਕੀਤੀ ਬੱਚੇ ਵਾਲੀ ਜਿਹੜੀ ਗੱਲ, ਸਿਰਫ ਇੱਕ ਗੱਲ ਕਹਿ ਰਹੇ ਹਾਂ ਕਿ ਵੀ ਜਿਹੜਾ ਤਾਂ ਹੈਗਾ ਕ੍ਰਿਟਿਸਿਜ਼ਮ ਵਾਲਾ ਮਸਲਾ, ਤੁਸੀਂ ਆਲੋਚਨਾ ਕਰਦੇ ਹੋ, ਤੁਸੀਂ ਆਪਣਾ ਦੂਜਾ ਪੱਖ ਦਿੰਦੇ ਹੋ, ਉਹ ਇੱਕ ਪੱਖ ਹੈ। ਜਿਹੜਾ ਤੁਸੀਂ ਸਾਹਮਣੇ ਵਾਲੇ ਨੂੰ ਗਾਲਾਂ ਕੱਢਦੇ ਹੋ, ਉਹਨੂੰ ਜੈਂਡਰ ਸਪੈਸੀਫਿਕ ਗਾਲਾਂ ਕੱਢਦੇ ਹੋ, ਜਾਤ ਦਾ ਨਾਂ ਲੈ ਕੇ ਗਾਲਾਂ ਕੱਢਦੇ ਹੋ, ਧਰਮ ਦਾ ਨਾਂ ਲੈ ਕੇ ਗਾਲਾਂ ਕੱਢਦੇ ਹੋ, ਖਿੱਤੇ ਦਾ ਨਾਂ ਲੈ ਕੇ ਗਾਲਾਂ ਕੱਢਦੇ ਹੋ, ਉਹਨੂੰ ਕਿਵੇਂ ਵੱਖਰਾ ਕਰਕੇ ਦੇਖਿਆ ਜਾਏ? ਜੇ ਤੁਹਾਨੂੰ ਲੱਗਦਾ ਹੈ ਦਿਸ ਇਜ਼ ਇਨਸਾਈਟਿੰਗ ਰਿਲੀਜੀਅਸ ਸੈਂਟੀਮੈਂਟਸ, ਉਹਦੇ ਲਈ ਸਾਡੇ ਕੋਲ ਇੰਡੀਅਨ ਪੀਨਲ ਕੋਡ ਵਿੱਚ ਪ੍ਰੋਵੀਜ਼ਨ ਹੈ। ਤੁਸੀਂ ਉਹਦੇ ਕੋਈ ਵੀ ਮੀਡੀਆ ਹੋਵੇ, ਚਾਹੇ ਇਲੈਕਟ੍ਰੋਨਿਕ ਮੀਡੀਆ ਹੈ, ਚਾਹੇ ਪ੍ਰਿੰਟ ਹੈ, ਚਾਹੇ ਨਿਊਜ਼ਪੇਪਰ ਹੈ, ਚਾਹੇ ਟੀਵੀ ਹੈ, ਚਾਹੇ ਡਾਕੂਮੈਂਟਰੀ ਹੈ, ਤੁਸੀਂ ਕੇਸ ਰਜਿਸਟਰ ਕਰਾ ਸਕਦੇ ਹੋ। ਇਹਦੇ ਲਈ ਕੋਈ ਵੱਖਰੇ ਲਾਅ ਦੀ ਕੋਈ ਲੋੜ ਨਹੀਂ ਹੈ। ਤੁਸੀਂ ਤੇ ਪਬਲਿਸ਼ ਕੀਤੀ ਹੈ ਨਾ ਓਪੀਨੀਅਨ, ਆਫ ਦੈਟ ਮੀਡੀਅਮ ਆਫ ਪਬਲਿਸ਼ਿੰਗ ਕੈਨ ਬੀ ਐਨੀਥਿੰਗ, ਉਹਦੇ ਲਈ ਲਾਅ ਹੈ, ਕੋਈ ਨਵੇਂ ਲਾਅ ਦੀ ਲੋੜ ਨਹੀਂ ਹੈ। ਹੁਣ ਤੁਸੀਂ ਬੱਚੇ ਵਾਲੀ ਗੱਲ ਕੀਤੀ ਕਿ ਬੱਚਾ ਵੇਚਣ ਦੀ ਕੋਸ਼ਿਸ਼ ਕੀਤੀ, ਉਹਦੇ ਤੇ ਇੰਡੀਅਨ ਪੀਨਲ ਕੋਡ ਵਿੱਚ ਲਾਅ ਹੈ। ਮੀਡੀਅਮ ਕਿਹੜਾ ਯੂਜ਼ ਕਰੋ, ਮੈਂ ਹੋ ਸਕਦਾ ਫੋਨ ਚੱਕ ਕੇ ਵੀ ਗੱਲ ਕਰ ਸਕਦਾ ਸੀ, ਉਹ ਬੰਦਾ ਕਹਿੰਦਾ ਜੀ ਮੈਂ ਫੋਨ ਤੇ ਆਫਰ ਦੇ ਸਕਦਾ ਸੀ, 10 ਬੰਦਿਆਂ ਨੂੰ ਫੋਨ ਕਰ ਸਕਦਾ ਸੀ, ਉਹਨੇ ਫੋਨ ਨਹੀਂ ਕੀਤਾ, ਫੇਸਬੁੱਕ ਤੇ ਪਾਤਾ ਕਿਉਂਕਿ ਬੇਵਕੂਫ ਸੀ, ਠੀਕ ਹੈ, ਉਹਨੇ ਪਾਤਾ, ਉਹ ਫੜਿਆ ਗਿਆ, ਉਹਨੇ ਤੇ ਮੀਡੀਅਮ ਹੀ ਯੂਜ਼ ਕੀਤਾ ਹੈ ਨਾ। ਯੂ ਡੋਂਟ ਹੈਵ ਟੂ ਸ਼ੂਟ ਦਾ ਮੈਸੇਂਜਰ। ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਮੀਡੀਅਮ ਹੈ ਉਹ ਵੈਲਿਊ ਨਿਊਟਰਲ ਹੈ। ਮੀਡੀਅਮ ਦੇ ਨਾਲ ਤੇ ਆਰਟੀਕਲ 19 ਫਰੀडम ਆਫ ਸਪੀਚ ਕਨੈਕਟਡ ਹੈ। ਗਲਤ ਚੀਜ਼ਾਂ ਵੀ ਹੋਣਗੀਆਂ, ਵਰਬਲ ਅਸੀਂ ਗੱਲ ਕਰਦੇ ਹਾਂ, ਵਰਬਲ ਵੀ ਗਾਲ ਕੱਢ ਸਕਦਾ ਮੈਂ। ਜੇ ਮੈਂ ਗਾਲ ਕੱਢੀ ਇਹਦਾ ਮਤਲਬ ਇਹ ਥੋੜਾ ਨਾ ਕਿ ਉਹਦੀ ਮੈਨੂੰ ਕੋਈ ਗਵਾਹੀ ਜਾਂ ਸਬੂਤ ਲੈ ਕੇ ਆਉਣਾ ਪਏਗਾ। ਐਵਰੀ ਟਾਕ ਵੁੱਡ ਬੀ ਸੈਂਸਰਡ। ਇਸ ਤਰ੍ਹਾਂ ਵੀ ਨਹੀਂ ਹੋ ਸਕਦਾ ਕਿ ਜੇ ਇੱਕ ਹੋਰ ਇਹਦੇ ਵਿੱਚ ਐਗਜ਼ਾਮਪਲ ਦੇ ਦਾਂ, ਜੇ ਤੁਸੀਂ ਜੇ ਈਮੇਲ ਫੇਸਬੁੱਕ ਸੈਂਸਰ ਕਰੋਗੇ ਜਾਂ ਕੁਝ ਕਰੋਗੇ, ਇਹਦਾ ਜਾਂ ਜਿਸ ਤਰ੍ਹਾਂ ਹੁਣ ਸਾਈਬਰ ਕੈਫੇ ਦੇ ਨਵੇਂ ਰੂਲ ਬਣਾਤੇ ਵੀ ਸਭ ਨੂੰ ਐਂਟਰੀ ਕਰਨੀ ਪਏਗੀ, ਕੌਣ ਆਇਆ, ਕਿੰਨੇ ਆਈਡੀ ਲੈਣਾ ਪਏਗਾ। ਇਹਦਾ ਮਤਲਬ ਹੈ ਤੁਸੀਂ ਹਰ ਲੈਟਰ ਬਾਕਸ ਦੇ ਅੱਗੇ ਇੱਕ ਬੰਦਾ ਡਾਇਰੀ ਲੈ ਕੇ ਬਿਠਾ ਦਿਓ ਕਿ ਭਈ ਜਿਹੜਾ ਵੀ ਕੋਈ ਚਿੱਠੀ ਪਾਏਗਾ ਉਹਨੂੰ ਆਪਣੀ ਐਂਟਰੀ ਕਰਨੀ ਪਏਗੀ ਵੀ ਕਿੰਨੇ ਲੈਟਰ ਬਾਕਸ ਵਿੱਚ ਚਿੱਠੀ ਪਾਈ। ਇਹ ਤੇ ਮਤਲਬ ਦਿਸ ਇਜ਼ ਰਿਡਿਕੂਲਸ। ਜੀ ਜਗਦੀਪ, this has no connection with letters, books, and the newspaper. No, that's the new IT rule. That is what Kapil Sibal has made. I think my friend is taking the discussion totally off topic. That is not what the discussion is all about. जी. ਇੱਥੇ ਸਰਕਾਰ ਜੋ ਕਰ ਰਹੀ ਹੈ ਠੀਕ ਚੀਜ਼ ਕਰਨ ਦੀ ਕਰ ਰਹੀ ਹੈ, ਬਿਕੋਜ਼ ਇਹ ਸਾਰੀਆਂ ਲਿਬਰਟੀਜ਼ ਅੰਧਾਧੁੰਦ ਅਮਰੀਕਾ ਵਿੱਚ ਦੇ ਦਿੱਤੀਆਂ ਗਈਆਂ ਸੀ ਤੇ ਅੱਜ ਉੱਥੇ ਹਾਲਤ ਦੇਖਣ ਵਾਲੀ ਹੈ। ਬਿਕੋਜ਼ ਕੋਈ ਵੀ ਜੇ ਲਿਬਰਟੀ ਦਿੱਤੀ ਜਾਏਗੀ, ਜੇ ਉਹਦੇ ਤੇ ਰਿਸਟ੍ਰਿਕਸ਼ਨਸ ਨਹੀਂ ਹੋਣਗੀਆਂ, ਉਹਦਾ ਮਿਸਯੂਜ਼ ਹੋਣ ਦੀ ਮਚ ਗ੍ਰੇਟਰ ਚਾਂਸਸ ਹੈ ਦੈਨ ਉਹਦੀ ਬੈਨੀਫਿਟਸ ਤੇ ਯੂਜ਼ ਦੀ। ਪਰ ਉਹ ਕਹਿੰਦੇ ਨੇ ਕਿ ਤੁਸੀਂ ਤੇ ਆਪ ਵਕੀਲ ਹੋ, ਤੁਸੀਂ ਕਹਿੰਦੇ ਨੇ ਕਿ ਜਿਹੜਾ ਸਾਡੇ ਕੋਲ ਕਾਨੂੰਨ ਹੁਣ ਤੱਕ ਹੈਗਾ ਉਹ ਕਾਨੂੰਨ ਇੱਥੇ ਵੀ ਲਾਗੂ ਹੋ ਸਕਦਾ ਹੈ, ਜੋ ਵੀ ਕਿਸੇ ਕਿਸਮ ਦੀ ਗੈਰ ਕਾਨੂੰਨੀ ਹਰਕਤ ਹੁੰਦੀ ਹੈ। ਸਾਨੂੰ ਉਸ ਕਾਨੂੰਨ ਦੇ ਹੋਣ ਦੇ ਬਾਅਦ ਇਹ ਨਵੇਂ ਕਾਨੂੰਨ ਦੀ ਕੀ ਲੋੜ ਪੈ ਰਹੀ ਹੈ? ਇਸ ਨਵੇਂ ਕਾਨੂੰਨ ਦੇ ਇਸ ਕਰਕੇ ਲੋੜ ਪੈ ਰਹੀ ਹੈ ਬਿਕੋਜ਼ ਜਿਹੜਾ ਪਹਿਲੇ ਦਾ ਕਾਨੂੰਨ ਹੈ it is not updated। ਉਹ ਜਦੋਂ ਕਾਨੂੰਨ ਬਣੇ ਸੀ ਇੰਟਰਨੈਟ ਹੁੰਦਾ ਨਹੀਂ ਸੀ, ਉਦੋਂ even the public amendment ਹੋ ਗਈ, IT ਐਕਟ ਆ ਗਿਆ। Now this is evidence। My friend just wants to speak, ਉਹ ਕਿਸੇ ਹੋਰ ਨੂੰ ਬੋਲਣ ਨਹੀਂ ਦਿੰਦੇ। let me legally evidence act amend ਹੋ ਗਿਆ ਹੈ, IT ਐਕਟ ਦੇ ਨਾਲ evidence act amend ਹੋ ਗਿਆ ਹੈ। Now electronic record is taken as evidence। I'm stating what I'm stating wrong statement, so I need to correct you। I must correct you। ਮੈਨੂੰ ਲੱਗਦਾ ਕਿ ਆਪਾਂ ਅਕੈਡਮਿਸ਼ੀਅਨਸ ਕੋਲ ਚੱਲਦੇ ਹਾਂ ਮੁੜ ਕੇ। ਫਿਰ ਮੋਨਿਕਾ, ਤੁਸੀਂ ਇਹ ਦੱਸੋ ਕਿ ਵੀ ਜਿਹੜੀ ਹਿਮੰਤ ਹੋਣਾ ਨੇ ਗੱਲ ਕੀਤੀ ਹੈ ਕਿ ਵੀ ਤੁਸੀਂ ਉਹਦੇ ਤੇ ਕੋਈ ਟਿੱਪਣੀ ਕਰਦੇ ਹੋ ਜਾਂ ਕਿਸੇ ਮੁੱਦੇ ਦੇ ਉੱਤੇ ਲੇਖ ਲਿਖਦੇ ਹੋ, ਕੀ ਇੰਟਰਨੈਟ ਇੱਕ ਬਹੁਤ ਵਧੀਆ
ਡਿਸਕੋਰਸਿਸ ਲਈ ਜਾਂ ਗੱਲਬਾਤ ਲਈ ਬਹੁਤ ਵਧੀਆ ਮੀਡੀਅਮ ਹੋ ਗਿਆ ਜਿਹਦੇ ਤੇ ਬਹੁਤ ਸੱਭਿਅਕ ਢੰਗ ਨਾਲ ਗੱਲ ਹੋ ਸਕਦੀ ਹੈ? ਹਾਂ, ਕਿਉਂ ਨਹੀਂ ਹੋ ਸਕਦੀ? ਮਤਲਬ ਇਸ ਗੱਲ ਦੀ ਸੰਭਾਵਨਾ ਨੂੰ ਤਾਂ ਅਸੀਂ ਕਦੇ ਵੀ ਰੂਲ ਆਊਟ ਨਹੀਂ ਕਰ ਸਕਦੇ ਕਿ ਉਹਦੀ ਜੋ ਸਕਾਰਾਤਮਕ ਭੂਮਿਕਾ ਅੱਜ ਤੱਕ ਰਹੀ ਆ, ਜੇ ਕੁਝ ਛੁੱਟ-ਪੁੱਟ ਘਟਨਾਵਾਂ ਦੀ ਰੌਸ਼ਨੀ ਦੇ ਵਿੱਚ ਅਸੀਂ ਉਹਦੇ ਤੇ ਡਾਊਟ ਕਰਨਾ ਸ਼ੁਰੂ ਕਰ ਦਈਏ। ਪਰ ਬਹੁਤ ਸਾਰੀਆਂ ਜਿਹੜੇ ਇਸ ਕਿਸਮ ਦੇ ਅਧਿਐਨ ਹੋ ਕੇ ਆਏ ਨੇ ਕਿ ਕਿਸ ਤਰੀਕੇ ਨਾਲ ਜਿਹੜੀ ਚੰਗੀ ਭਲੀ ਚੱਲਦੀ ਬਹਿਸ ਹੈ ਉਹਨੂੰ ਇੱਕ ਪਾਸੇ ਕਿਵੇਂ ਕੀਤਾ ਜਾ ਸਕਦਾ, ਉਹਦੇ ਲਈ ਮਤਲਬ ਸਰਗਰਮ ਰੂਪ ਦੇ ਵਿੱਚ ਖੁਫੀਆ ਏਜੰਸੀਆਂ ਤੋਂ ਲੈ ਕੇ ਜਿਹੜੇ ਵਪਾਰੀ ਨੇ ਜਿਨ੍ਹਾਂ ਨੇ ਆਪਣੀ ਕਿਤਾਬ ਵੇਚਣੀ, ਆਪਣੀਆਂ ਕਿਤਾਬਾਂ ਬਾਰੇ ਓਪੀਨੀਅਨ ਬਣਾਉਣ ਲਈ ਤਮਾਮ ਕਿਸਮ ਦੀ ਜਿਹੜੀ ਸਰਗਰਮੀ ਇੰਟਰਨੈਟ ਦੇ ਉੱਤੇ ਹੁੰਦੀ ਹੈ ਤੇ ਉਹਦੀਆਂ ਬਹੁਤ ਸਾਰੀਆਂ ਸਟੱਡੀਜ਼ ਆਈਆਂ ਨੇ। ਦੇਖੋ, ਉਸ ਦੇ ਵਿੱਚ ਇੱਦਾਂ ਹੈ ਨਾ, ਮੈਨੂੰ ਨਿੱਜੀ ਰੂਪ 'ਚ ਇਹ ਲੱਗਦਾ ਹੈ ਕਿ ਜਦੋਂ ਆਮ ਤੌਰ ਤੇ ਡਿਸਕਸ਼ਨਸ ਹੋ ਰਹੀਆਂ, ਇਨਫੋਰਮੇਸ਼ਨ ਦਾ ਫਲੋ ਹੋ ਰਿਹਾ, ਲੋਕ ਜੋ ਵੈਸੇ ਨਹੀਂ ਜਾਣ ਸਕਦੇ ਸੀ ਇਸ ਤਰੀਕੇ ਨਾਲ ਜਾਣ ਰਹੇ ਆ, ਉੱਥੇ ਤੱਕ ਤਾਂ ਸਭ ਕੁਝ ਠੀਕ ਚੱਲੀ ਜਾਂਦਾ ਹੈ। ਸਾਡੀ ਪ੍ਰੋਬਲਮ ਤਾਂ ਜਿਹੜੇ ਐਕਸਟ੍ਰੀਮ ਦੇ ਵਿੱਚ ਕੇਸਿਸ ਹੁੰਦੇ ਆ ਉਦੋਂ ਸਾਨੂੰ ਪ੍ਰੋਬਲਮ ਆਉਂਦੀ ਹੈ ਨਾ। ਇੱਕ ਵਿਮਨ ਐਕਟਿਵਿਸਟ ਨੂੰ ਉਸਨੇ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ, ਉਸਨੂੰ ਬਹੁਤ ਨਹੀਂ, ਉਹਦੇ ਜਿਹੜਾ ਇਹ ਵਾਲਾ ਮਸਲਾ ਹੈ ਉਹਦੇ ਨਾਲ ਇਸ ਮੁੱਦੇ ਦੀ ਪੇਚੀਦਗੀ ਇਹ ਸਮਝ ਆਈ ਹੈ, ਜਿਵੇਂ ਹਮੰਤ ਉਹਨਾਂ ਨੇ ਕਿਹਾ ਸੀ ਪਹਿਲਾਂ ਤਾਂ ਦੋ ਹੀ ਤਰ੍ਹਾਂ ਸੀਗੀਆਂ, ਇੱਕ ਸੀਗੀ ਕਿ ਇਹਦੇ ਪੱਖ ਦੇ ਵਿੱਚ, ਦੂਜੀ ਇਹਦੇ ਖਿਲਾਫ ਦੇ ਵਿੱਚ। ਜਿਹੜੀ ਧਿਰ ਇਹਦੇ ਪੱਖ ਦੇ ਵਿੱਚ ਸੀਗੀ ਕਿ ਇਹਦੇ ਤੇ ਕਿਸੇ ਕਿਸਮ ਦੀ ਪਾਬੰਦੀ ਨਹੀਂ ਹੋਣੀ ਚਾਹੀਦੀ, ਹੁਣ ਉਹਨੂੰ ਵੀ ਕਿਤੇ ਨਾ ਕਿਤੇ ਔਖ ਹੋਣ ਲੱਗੀ ਹੈ ਇਸ ਗੱਲ ਨਾਲ। ਮਸਲਾ ਉਦੋਂ ਉਹਦੀ ਪੇਚੀਦਗੀ ਸਾਹਮਣੇ ਆਈ। ਦੇਖੋ, ਫਿਰ ਵੀ ਉਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਵੀ ਅਸੀਂ ਇੱਕ ਐਬਸੋਲੂਟ ਸਟੈਂਡ ਇਸ ਦੇ ਬਾਰੇ ਨਹੀਂ ਲੈ ਸਕਾਂਗੇ, ਕਿਉਂਕਿ ਉਹੀ ਹੈ ਨਾ, ਇੱਕ ਹੋਲਿਸਟਿਕ ਤਰੀਕੇ ਦੇ ਵਿੱਚ, ਇੱਕ ਹੋਲਸਮ ਤਰੀਕੇ ਦੇ ਵਿੱਚ ਇਹ ਦੋਵੇਂ ਤਰੀਕੇ ਦੀਆਂ ਚੀਜ਼ਾਂ ਹਮੇਸ਼ਾ ਆਉਂਦੀਆਂ ਰਹਿਣਗੀਆਂ। ਇਹਦੀਆਂ ਦਿੱਕਤਾਂ ਵੀ ਆਉਣਗੀਆਂ, ਇਹਦੀ ਚੰਗਿਆਈ ਤਾਂ ਸਭ ਲੋਕ ਦੇਖ ਹੀ ਪਾ ਰਹੇ ਆ। ਜਦੋਂ ਆਪਾਂ ਇਹ ਕਹਿੰਦੇ ਆ ਕਿ ਸਾਨੂੰ ਇਹਦਾ ਪੂਰਾ ਸਾਰੀ ਚੀਜ਼ਾਂ ਨੂੰ ਅਕਾਊਂਟ ਦੇ ਵਿੱਚ ਲੈ ਕੇ ਇਹਦੇ ਬਾਰੇ ਸੋਚਣ ਦੀ ਲੋੜ ਹੈ, ਤੇ ਕਿਤੇ ਨਾ ਕਿਤੇ ਅਸੀਂ ਇਸ ਗੱਲ ਨੂੰ ਵੀ ਮੰਨ ਰਹੇ ਹਾਂ ਕਿ ਵੀ ਜਿਹੜਾ ਕੋਈ ਨਾ ਕੋਈ ਕਾਇਦਾ ਕਾਨੂੰਨ ਹੋਣਾ ਚਾਹੀਦਾ, ਉਹਦੇ ਬਾਰੇ ਗੱਲ ਕਰ ਲੈਣੀ ਚਾਹੀਦੀ ਹੈ ਜੀ। ਉਸ ਬਾਰੇ ਗੱਲ ਕਰਨ ਦੇ ਵਿੱਚ ਔਰ ਇਹੋ ਜਿਹੇ ਐਕਸਟ੍ਰੀਮ ਕੇਸਿਸ ਨੂੰ ਕੰਟਿੰਜੈਂਟ ਕੇਸਿਸ ਮੰਨਦੇ ਹੋਏ ਉਹਨੂੰ ਰਿਡਰੈਸ ਕਰਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਜੀ ਹੇਮੰਤ ਜੀ ਮੈਨੂੰ ਦੇਖੋ, ਜੇ ਰੈਗੂਲੇਟ ਕਰਨ ਦੀ ਗੱਲ, ਸਭ ਤੋਂ ਪਹਿਲੇ ਤੇ ਸਾਨੂੰ ਕਮਰਸ਼ੀਅਲ ਇੰਟਰਸਟ ਜਿਹਦੇ ਕਰਕੇ ਹੁੰਦਾ ਹੈ ਤੁਸੀਂ ਉਹਨੂੰ ਤੁਸੀਂ ਵੱਖਰਾ ਦੇਖ ਸਕਦੇ, ਕਿਉਂਕਿ ਫਰੀडम ਆਫ ਸਪੀਚ, ਕਮਰਸ਼ੀਅਲ ਇੰਟਰਸਟ ਉੱਥੇ ਬਹੁਤ ਖਤਰਨਾਕ ਹੋ ਜਾਂਦਾ ਜਦੋਂ ਹਥਿਆਰਾਂ ਵਾਲੀ ਲਾਗੂ ਆਏਗੀ ਤੇ ਨਾਲ ਦੀ ਨਾਲ ਉਹਦੇ ਪਿੱਛੇ ਨੇਸ਼ਨ ਸਟੇਟ ਖੜੀ ਹੋਏਗੀ। ਮੈਂ ਤਾਂ ਕਰਕੇ ਕਹਿ ਰਿਹਾ, ਅਮਰੀਕਾ ਖੜਾ ਹੋਏਗਾ, ਅੱਗੇ ਉਹਦੀ ਹਥਿਆਰਾਂ ਵਾਲੀ ਕੰਪਨੀ ਖੜੀ ਹੋਏਗੀ। ਪੇਡ ਮੀਡੀਆ ਦੀ ਅਸੀਂ ਰਿਪੋਰਟਾਂ ਦੇਖ ਲਈਆਂ, ਪੇਡ ਮੀਡੀਆ, ਪੇਡ ਨਿਊਜ਼ਪੇਪਰ ਵਿੱਚ ਪੇਡ ਆਰਟੀਕਲ ਦੀ ਵੀ ਦੇਖ ਲਈਆਂ, ਕਿਸ ਤਰ੍ਹਾਂ ਓਪੀਨੀਅਨ ਜਨਰੇਟ ਕਰਨ ਦੀ ਕੋਈ ਹੁਣ ਤੇ ਇਹ ਤਾਂ ਗਵਰਨਮੈਂਟ ਰਿਕਾਰਡ ਹੈ। ਸਾਨੂੰ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪਾਰਲੀਮੈਂਟ ਵਿੱਚ ਵੀ ਇਹ ਡਿਸਕਸ ਹੋ ਚੁੱਕਿਆ ਹੈ, ਸਪੈਸ਼ਲ ਕਮੇਟੀ ਬਣ ਗਈ ਕਿ ਪੇਡ ਮੀਡੀਆ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਏ। ਤੇ ਜੇ ਤੁਸੀਂ ਇੰਟਰਨੈਟ ਤੇ ਮੀਡੀਆ ਨੂੰ ਦੇਖੋ, ਇਹਦੇ ਵਿੱਚ ਕੰਪੀਟੀਸ਼ਨ ਹੈ, ਉੱਥੇ ਕੰਪੀਟੀਸ਼ਨ ਵੀ ਨਹੀਂ ਹੈ। ਤਾਂ ਕਰਕੇ ਮੈਨੂੰ ਨਹੀਂ ਲੱਗਦਾ ਕਿ ਇੰਟਰਨੈਟ ਵਾਲਾ ਮੀਡੀਆ ਜਿਹੜਾ ਹੈ ਉਹ ਜ਼ਿਆਦਾ ਖਤਰਨਾਕ ਜਾਂ ਘੱਟ ਖਤਰਨਾਕ ਹੈ। ਮੈਨੂੰ ਲੱਗਦਾ ਉਹਦੇ ਵੀ ਉਹੀ ਪਾਲਿਸੀਜ਼ ਨੇ ਜਿਹੜੀ ਬਾਕੀ ਮੀਡੀਅਮ ਵਿੱਚ ਵੀ ਹੈ। ਦੂਸਰੀ ਗੱਲ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਜਦ ਅਸੀਂ ਕਹਿ ਰਹੇ ਹਾਂ ਕਿ ਇਹਨੂੰ ਰੈਗੂਲੇਟ ਕਰਨਾ ਚਾਹੀਦਾ ਹੈ, ਜਦ ਰੈਗੂਲੇਟ ਕਰਨ ਵਾਲੀਆਂ ਅਥਾਰਟੀਜ਼ ਦੀ ਆਥੈਂਟਿਸਿਟੀ ਤੇ ਉਹਨਾਂ ਦੀ ਸੋਲੀਡੈਰਿਟੀ ਤੇ ਜਦ ਸਾਨੂੰ ਵਿਸ਼ਵਾਸ ਨਹੀਂ ਹੈ, ਜਦ ਉਹਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੈ, ਜਾਂ ਤਾਂ ਹੋਵੇ ਨਾ ਅਸੀਂ ਇੰਨੇ ਸਪਸ਼ਟ ਹੋਈਏ ਕਿ ਇਹਨੂੰ ਅਸੀਂ ਅਪਾਇੰਟ ਕਰ ਦਿੱਤਾ ਤੇ ਇਹਦੀ ਰਿਡਰੈਸਲ ਜਿਹੜੀ ਉਹ ਫੇਅਰ ਹੋਏਗੀ, ਫਿਰ ਤਾਂ ਰੈਗੂਲੇਸ਼ਨ ਦਾ ਕੋਈ ਸਵਾਦ ਵੀ ਹੋਇਆ। ਹੁਣ ਜਿਸ ਤਰ੍ਹਾਂ ਦੀ ਸਥਿਤੀ ਵਿੱਚ ਹੈਗੇ ਆ, ਜਿਸ ਤਰ੍ਹਾਂ ਦੀ ਸੰਦੇਸ਼ਪਦ ਸਥਿਤੀ ਵਿੱਚ ਅਸੀਂ ਇਸ ਵੇਲੇ ਆ, ਉੱਥੇ ਮੈਨੂੰ ਲੱਗਦਾ ਹੈ ਕਿ ਫਿਰ ਵੀ ਜੇ ਕੋਈ ਬਿਲਕੁਲ ਮੁੱਕਦੇ ਤੌਰ ਤੇ, ਸਪਸ਼ਟ ਤੌਰ ਤੇ ਜੇ ਮੈਨੂੰ ਪੁੱਛੇਗਾ ਕਿ ਮੈਨੂੰ ਫਿਰ ਇਹੀ ਲੱਗਦਾ ਕਿ ਇਹਨੂੰ ਰੈਗੂਲੇਟ ਕਰਨ ਦੀ ਉਸ ਤਰੀਕੇ ਨਾਲ ਕਰੇਗਾ। ਫਿਰ ਉਹ ਵੀ ਜਗਦੀਪ, ਜਿਹੜੀ ਇਹ ਗੱਲ ਹੈ ਕਿ ਜਿਹੜੀ ਮੋਨਿਕਾ ਹੋਣਾ ਨੇ ਕਹੀ ਹੈ, ਮੈਂ ਸਿਰਫ ਦੁਹਰਾ ਦਿਆਂ ਕਿ ਸਰਕਾਰ ਜਦੋਂ ਇੱਕ ਰੈਗੂਲੇਸ਼ਨ ਦੀ ਗੱਲ ਕਰ ਰਹੀ ਹੈ, ਉਹਨਾਂ ਦੀ ਆਪਣੀ ਭਰੋਸੇਯੋਗਤਾ ਠੀਕ ਨਹੀਂ ਹੈ। I don't think we can doubt the government, because if they are making the rules, I am with the government, because what they are, everything anybody does, कोई चीज ਕਰਨ ਦੀ ਕੋਸ਼ਿਸ਼ ਕਰਦਾ ਹੈ, is susceptible to criticism. critics ਤੇ ਪਹਿਲੇ ਆਣਗੇ ਅੱਗੇ ਕਿ ਠੀਕ ਨਹੀਂ ਹੈਗਾ ਤੇ ਤੁਸੀਂ ਕੰਮ ਦੇ ਬੰਦੇ ਲਿਆ ਦਿਓ, ਤੁਸੀਂ ਕੋਈ ਇਦਾਂ ਦਾ ਠੀਕ ਕਰਕੇ ਦੇਖੋ ਕਿ ਜਿਹਦੇ ਲਈ ਨਹੀਂ ਕੁਐਸਚਨਸ ਖੜੇ ਹੋਣ, ਲਿਆ ਦਿਓ ਜਿਹੜੇ ਬੰਦੇ ਨੂੰ ਤੁਸੀਂ ਟਰਸਟ ਕਰਦੇ ਹੋ, ਫਿਰ get that person in front। ਜੇ ਤੁਸੀਂ ਅਪਾਇੰਟ ਕਰਨ ਦੋਗੇ, ਮੈਂ ਅਸੀਂ ਕਰ ਦਾਂਗੇ, ਤੁਸੀਂ ਸਾਨੂੰ ਦੱਸੋ। ਹੇਮੰਤ, ਜਦੋਂ ਆਪਾਂ ਇਹ ਸਾਰੀ ਦੀ ਗੱਲ ਕਰ ਰਹੇ ਹਾਂ ਇਸ ਤਰੀਕੇ ਦੀ ਕਿ ਵੀ ਇਹ ਬੰਦੇ ਦੀ ਆਜ਼ਾਦੀ ਦਾ ਮਸਲਾ ਹੈ, ਫਰੀडम ਆਫ ਐਕਸਪ੍ਰੈਸ਼ਨ ਦਾ ਮਸਲਾ ਹੈ, ਆਮ ਤੌਰ ਦੇ ਉੱਤੇ ਅੱਜ ਦੇ ਦੌਰ ਦੇ ਵਿੱਚ ਕਾਫੀ ਮੁਸ਼ਕਿਲ ਹੈ ਗੱਲ ਕਰਨੀ ਨੈਤਿਕਤਾ ਦੀ, ਜ਼ਿੰਮੇਵਾਰੀ ਦੀ। ਕੀ ਇਹ ਸਾਰੀ ਗੱਲ ਨੂੰ ਜ਼ਿੰਮੇਵਾਰੀ ਤੇ ਨੈਤਿਕਤਾ ਤੋਂ ਬਿਲਕੁਲ ਨਿਖੇੜ ਕੇ ਹੀ ਦੇਖਿਆ ਜਾਏਗਾ? ਦੇਖੋ ਜੀ, ਫਰੀडम ਆਫ ਐਕਸਪ੍ਰੈਸ਼ਨ ਇਜ਼ ਐਬਸੋਲੂਟ ਫॉर ਮੀ। ਜੇ ਤੁਸੀਂ ਉਹਨੂੰ ਕਿਸੇ ਵੀ ਐਕਸਕਿਊਜ਼ ਤੇ ਡਿਲੂਟ ਕਰੋਗੇ, ਮੈਨੂੰ ਲੱਗਦਾ ਹੈ ਇਹ
in a democracy it is unpardonable. You can not pardon a person who is trying to restrict ਉਹਦੇ ਤੇ freedom. ਕੋਈ ਨੈਤਿਕਤਾ, ਕਿਉਂਕਿ ਕੋਈ ਨਏ ਜ਼ਿੰਮੇਵਾਰੀ ਵਿਚਾਰ ਲਾਗੂ ਨਹੀਂ ਬਿਲਕੁਲ ਹੁੰਦੀ। ਨਹੀਂ, ਨੈਤਿਕਤਾ ਜਿਹੜੀ ਹੈ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਹਾਂ, ਬਦਲਦੀ ਰਹਿੰਦੀ ਹੈ, ਉਹ ਠੀਕ ਹੈ। ਨੈਤਿਕਤਾ ਵੀ ਬਦਲਦੀ ਰਹਿੰਦੀ ਹੈ, ਵਿਚਾਰ ਵੀ ਬਦਲਦੇ ਰਹਿੰਦੇ ਨੇ। ਵਿਚਾਰਾਂ ਨੂੰ ਨਈ ਡਾਇਰੈਕਸ਼ਨ, ਨया ਰਸਤਾ ਖੋਜਣ ਲਈ ਸਾਨੂੰ ਛੱਡਣਾ ਚਾਹੀਦਾ ਹੈ, ਉਹਨੂੰ ਰਿਸਟ੍ਰਿਕਸ਼ਨ ਨਹੀਂ ਲਾਣੀ ਚਾਹੀਦੀ ਹੈ, ਨਈ ਸੋਚ ਆਉਣ ਦੇਣੀ ਚਾਹੀਦੀ ਹੈ। ਸਾਨੂੰ ਫ੍ਰੀ ਫਲੋ ਆਫ ਕਮਿਊਨੀਕੇਸ਼ਨ, ਫ੍ਰੀ ਫਲੋ ਆਫ ਥਾਟ ਤੇ ਬਿਲਕੁਲ ਕਿਸੇ ਤਰ੍ਹਾਂ ਦੀ ਰਿਸਟ੍ਰਿਕਸ਼ਨ ਨਹੀਂ ਲਾਣੀ ਚਾਹੀਦੀ ਹੈ। ਅਮਰੀਕਾ ਦੀ ਇਹਨਾਂ ਨੇ ਗੱਲ ਕੀਤੀ, ਅਮਰੀਕਾ ਵਿੱਚ ਫਰਸਟ ਅਮੈਂਡਮੈਂਟ ਇਜ਼ ਇਕੁਇਵਲੈਂਟ ਟੂ ਆਰ ਆਰਟੀਕਲ 19। ਫਰਸਟ ਅਮੈਂਡਮੈਂਟ ਵਿੱਚ ਇੱਕ ਡਿਲੂਸ਼ਨ ਨਹੀਂ ਹੋਈ, ਸਾਰਾ ਦੇਸ਼ ਖੜਾ ਹੋ ਜਾਂਦਾ ਹੈ ਜੇ ਤੁਸੀਂ ਫਰਸਟ ਅਮੈਂਡਮੈਂਟ ਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕਰੋ। ਅਸੀਂ ਜੋ ਮਰਜ਼ੀ ਕਹਿੰਦੇ ਨੇ ਅਮਰੀਕਾ ਇਹ ਬਰਬਾਦ ਹੋ ਰਿਹਾ ਹੈ, ਇਹ ਗੱਲ ਜਾ ਰਿਹਾ ਹੈ, ਉੱਥੇ ਗੱਲ ਜਾ ਰਿਹਾ ਹੈ, ਪਰ ਦ thing is that they have gained maximum because ਉੱਥੇ ਵਿਚਾਰਾਂ ਦੀ ਇੱਕਦਮ ਐਬਸੋਲੂਟ ਆਜ਼ਾਦੀ ਹੈ। ਮੈਂ ਜੋ ਕਰਨਾ ਚਾਹਾਂ, ਜੋ ਬੋਲਣਾ ਚਾਹਾਂ ਮੈਂ ਕਰ ਸਕਦਾ। ਜੇ ਕਿਸੇ ਇੰਟਰਸਟਿੰਗਲੀ ਸੁਪਰੀਮ ਕੋਰਟ ਨੇ ਪਰ ਉੱਥੇ ਦੀ ਸਰਕਾਰ ਜਦੋਂ ਮਾਈਕਲ ਮੂਰ ਫਿਲਮ ਬਣਾਉਂਦਾ ਤੇ ਉਹਦੇ ਖਿਲਾਫ ਫਿਲਮਾਂ ਬਣਾਉਂਦੀ ਮੈਂ ਉਸ ਤੇ ਮੈਂ ਦੱਸ ਰਿਹਾ। ਬਹੁਤ ਇੰਟਰਸਟਿੰਗ ਗੱਲ ਇਹ ਹੈ ਕਿ ਉੱਥੇ ਜਿਹੜਾ ਲਾਈਬਲ ਦਾ ਲਾਅ ਹੈ, ਇਟ ਇਜ਼ ਡਿਫਰੈਂਟ ਫॉर ਪੀਪਲ ਹੂ ਆਰ ਫੇਮਸ ਐਂਡ ਇਜ਼ ਡਿਫਰੈਂਟ ਫॉर द ਪੀਪਲ ਹੂ ਆਰ ਆਰਡੀਨਰੀ ਪੀਪਲ ਹੂ ਆਰ ਪਪੂਲਰ। they are supposed to accept more criticism। ਤੇ burden of proof shift ਹੋ ਜਾਂਦਾ ਹੈ ਜੇ ਤੁਸੀਂ ਜ਼ਿਆਦਾ ਪਪੂਲਰ ਹੋ ਤੇ you can't sue a person for libel। ਇੱਥੇ ਸਾਡਾ ਉਲਟਾ ਹੈ। ਆਪਣੇ ਕੋਲ ਟਾਈਮ ਬਿਲਕੁਲ ਖਤਮ ਹੋ ਰਿਹਾ। ਜਗਦੀਪ ਆਖਰੀ ਕਮੈਂਟ ਸਿਰਫ 3-4 Okay, I still think we are very lucky to be living in a democratic country। ਸਾਡੇ ਕੋਲ ਬਹੁਤ ਰਾਈਟਸ ਹੈ ਇੱਥੇ, ਸਾਡੇ ਕੋਲ ਬਹੁਤ ਫ੍ਰੀडम ਹੈ ਐਂਡ ਜਿਹੜੀ ਐਕਸੈਸ ਫ੍ਰੀडम ਇਸ ਟਾਈਮ ਦਿੱਤੀ ਜਾ ਰਹੀ ਹੈ ਉਹਨੂੰ ਕਰਬ ਕਰਨਾ ਗਵਰਨਮੈਂਟ ਦਾ ਰਾਈਟ ਬਣਦਾ ਹੈ। ਤੁਹਾਡੀ ਗੱਲ ਬਿਲਕੁਲ there is no excess ਗਵਰਨਮੈਂਟ freedom। ਨਹੀਂ ਗਵਰਨਮੈਂਟ ਦੇ ਵੀ ਬਹੁਤ ਸਾਰੇ ਹੱਕ ਨੇ ਤੇ ਸ਼ਹਿਰੀਆਂ ਦੇ ਵੀ ਬਹੁਤ ਸਾਰੇ ਹੱਕ ਨੇ। ਹੱਕ ਤੇ ਸ਼ਹਿਰੀਆਂ ਦੇ ਦੀ ਲੋੜ ਨਹੀਂ ਹੈ ਤੇ ਰਿਸਟ੍ਰਿਕਟ ਕਰਨ ਦੀ ਗੱਲ। ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋਸ਼ਲ ਮੀਡੀਆ ਸਮਾਜਿਕ ਹੋਵੇ ਜਾਂ ਨਾ, ਇੰਟਰਨੈਟ ਨਿਰਪੱਖ ਥੜਾ ਹੋਵੇ ਜਾਂ ਨਾ, ਸਰਕਾਰ ਦੀ ਇੱਛਾ ਵਿੱਚ ਜਮਹੂਰੀਅਤ ਝਲਕੇ ਜਾਂ ਨਾ, ਪਰ ਸਮਾਜ ਨੂੰ ਸੰਜੀਦਾ ਸੰਵਾਦ ਦੀ ਲੋੜ ਹਮੇਸ਼ਾ ਰਹੀ ਹੈ। ਇਸ ਸੰਵਾਦ ਵਿੱਚ ਸਵਾਲ ਤੋਂ ਲੈ ਕੇ ਬਗਾਵਤ ਤੱਕ ਦੀ ਥਾਂ ਹੁੰਦੀ ਹੈ। ਕੀ ਕੋਈ ਸਵਾਲ ਜਾਂ ਬਗਾਵਤ ਸਾਨੂੰ ਜ਼ਿੰਮੇਵਾਰੀ ਜਾਂ ਨੈਤਿਕਤਾ ਤੋਂ ਮੁਕਤ ਕਰਦਾ ਹੈ? ਕੀ ਕੋਈ ਆਜ਼ਾਦੀ ਅੰਤਿਮ ਜਾਂ ਬਿਨਾਂ ਸ਼ਰਤ ਹੋ ਸਕਦੀ ਹੈ? ਇਹ ਉਹ ਸਵਾਲ ਨੇ ਜਿਨ੍ਹਾਂ ਨੂੰ ਮੁਖਾਤਬ ਹੋਏ ਬਿਨਾਂ ਸਾਈਬਰ ਸਪੇਸ ਬਾਬਤ ਚਰਚਾ ਪੂਰੀ ਨਹੀਂ ਹੋ ਸਕਦੀ। ਸ਼ਾਇਦ ਇਹਨਾਂ ਵਿੱਚੋਂ ਕੁਝ ਗੱਲਾਂ ਅੱਜ ਦੀ ਚਰਚਾ 'ਚ ਤੁਹਾਡੇ ਸਾਹਮਣੇ ਆਈਆਂ ਹੋਣਗੀਆਂ, ਕੁਝ ਤੁਸੀਂ ਆਪ ਸੋਚੋਗੇ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।